दी अनम्यूट दे नाल मैं हरप्रीत सिंह कालों। सत श्री अकाल प्यारे दर्शकों, असी साहिब श्री गुरु तेग बहादुर पातशाह का 400 साला प्रकाश दिहाड़ा मना रहे हैं ਅਤੇ श्री गुरु तेग बहादुर पातशाह ਨੂੰ याद करन दे लई उन्हां दे शहर आउणा ਜ਼ਰੂਰੀ है। ਇਹ ਸ਼ਹਿਰ ਉਹ ਆਪਣੀ ਸ਼ਹੀਦੀ ਤੋਂ 10 ਸਾਲ ਪਹਿਲਾਂ ਤਸੱਵਰ ਦੇ ਵਿੱਚ ਲਿਆਉਂਦੇ ਨੇ। ਇਸ ਸ਼ਹਿਰ ਨੂੰ ਬਣਾਉਂਦੇ ਹੋਏ ਉਹਨਾਂ ਨੇ ਸਾਡੇ ਲਈ ਕੀ ਸੋਚਿਆ ਹੋਵੇਗਾ, ਇਹ ਮਾਇਨੇ ਉਦੋਂ ਰੱਖੇਗਾ ਜਦੋਂ ਅਸੀਂ ਉਹਨਾਂ ਦੇ ਪ੍ਰਤੀ ਉਸੇ ਤਰ੍ਹਾਂ ਸੋਚਦੇ ਹੋਈਏ। ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਹੁਤ ਸਾਰੇ ਵਰਤਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤੀ ਸੀ। ਇਹ ਬੈਟਲਫੀਲਡ ਰਿਹਾ। ਇਹ ਸਿੱਖਾਂ ਦੇ ਅੰਦਰ ਉਹਨਾਂ ਦੇ ਸੁਭਾਅ, ਉਹਨਾਂ ਦੇ ਕਿਰਦਾਰ ਨੂੰ ਤਰਾਸ਼ਣ ਦਾ ਇੱਕ ਬਹੁਤ ਵੱਡੀ ਚਿਤਰਨ ਚਤੇਰਾ ਕੀਤਾ ਗਿਆ। ਇਸ ਸ਼ਹਿਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਦੁਨਿਆਵੀ ਲੈਵਲ 'ਤੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਸ਼ਹਿਰ ਸਿਰਫ ਗਲੀਆਂ, ਬਾਜ਼ਾਰਾਂ, ਘਰਾਂ ਦਾ ਸ਼ਹਿਰ ਨਹੀਂ ਹੁੰਦਾ। ਦੁਨਿਆਵੀ ਪੱਧਰ ਦੇ ਉੱਤੇ ਜਦੋਂ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਖਿਆਲ ਇਹ ਆਉਂਦਾ ਹੈ ਕਿ ਜਦੋਂ ਬਾਬਰ ਪਹਿਲੀ ਵਾਰ ਭਾਰਤ ਦੇ ਵਿੱਚ ਆਉਂਦਾ ਤਾਂ ਉਹ ਆਪਣੇ ਨਾਲ ਆਲੂ ਬੁਖਾਰਾ ਲੈ ਕੇ ਆਉਂਦਾ, ਕਿਉਂਕਿ ਉਸ ਦਾ ਮੰਨਣਾ ਸੀ ਕਿ ਇੱਥੋਂ ਦੇ ਫਰੂਟ, ਇੱਥੋਂ ਦੇ ਫਲ ਉਸ ਤਰ੍ਹਾਂ ਦੇ ਨਹੀਂ ਹੈ ਅਤੇ ਉਹ ਬੁਖਾਰੇ ਦਾ ਆਲੂ ਲੈ ਕੇ ਆਉਂਦਾ ਅਤੇ ਉਸ ਨੂੰ ਅਸੀਂ ਆਲੂ ਬੁਖਾਰੇ ਦੇ ਤੌਰ 'ਤੇ ਖਾਂਦੇ ਹਾਂ, ਜਾਣਦੇ ਹਾਂ। ਇਸੇ ਤਰ੍ਹਾਂ ਜਦੋਂ 1947 ਦੀ ਵੰਡ ਹੋਈ ਅਤੇ ਮਹਿੰਦਰ ਸਿੰਘ ਰੰਧਾਵਾ ਵਰਗੇ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਹ ਸੋਚਿਆ, ਤਸੱਵਰ ਕੀਤਾ ਕਿ ਲਾਹੌਰ ਸਾਡੇ ਤੋਂ ਖੁੱਸ ਗਿਆ ਅਤੇ ਲੁਧਿਆਣੇ ਨੂੰ ਅਸੀਂ ਲਾਹੌਰ ਵਰਗਾ ਬਣਾਵਾਂਗੇ। ਉਹ ਵੱਖਰੀ ਗੱਲ ਹੈ ਕਿ ਲੁਧਿਆਣਾ ਲਾਹੌਰ ਨਹੀਂ ਬਣ ਸਕਿਆ, ਪਰ ਸਾਡੇ ਬਜ਼ੁਰਗਾਂ ਦੇ ਚੇਤਿਆਂ ਦੇ ਵਿੱਚ ਹਮੇਸ਼ਾ ਇਹ ਗੱਲਾਂ ਰੜਕਦੀਆਂ ਰਹੀਆਂ, ਹਮੇਸ਼ਾ ਇਹ ਗੱਲਾਂ ਟੀਸ ਬਣ ਕੇ ਉੱਭਰਦੀਆਂ ਰਹੀਆਂ। ਕਿਸੇ ਨੂੰ ਦਿੱਲੀ ਦਾ ਚਾਵੜੀ ਬਾਜ਼ਾਰ ਨਾ ਭੁੱਲਿਆ ਅਤੇ ਕਿਸੇ ਨੂੰ ਲਾਹੌਰ ਦੀਆਂ ਗਲੀਆਂ ਨਾ ਭੁੱਲੀਆਂ। ਸ਼ਹਿਰ ਸਿਰਫ ਤੇ ਸਿਰਫ ਇੱਕ ਢਾਂਚਾ ਨਹੀਂ ਹੁੰਦਾ, ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਸੋਚ ਹੁੰਦੀ ਹੈ, ਸੱਭਿਅਤਾ ਦਾ ਹਿੱਸਾ ਹੁੰਦਾ ਹੈ, ਸਾਡੇ ਕਿਰਦਾਰ ਦਾ ਅਹਿਮ ਹਿੱਸਾ ਹੁੰਦਾ। ਸ੍ਰੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਦੀ ਸਥਾਪਨਾ ਕੀਤੀ, ਖਾਲਸੇ ਦੇ ਕਿਰਦਾਰ ਦੇ ਵਿੱਚ ਇਹ ਸ਼ਹਿਰ ਸਾਡਾ ਹੱਡਾਂ ਦੇ ਵਿੱਚ ਰਚਿਆ ਹੋਇਆ। ਇਸ ਸ਼ਹਿਰ ਦੀ ਉਸ ਪਾਕ ਪਵਿੱਤਰ ਰੂਹ ਨੂੰ ਕੀ ਅਸੀਂ ਬਚਾ ਸਕੇ ਹਾਂ ਜਾਂ ਇਹ ਸ਼ਹਿਰ ਵੀ ਹੋਰਾਂ ਸ਼ਹਿਰਾਂ ਵਰਗਾ ਹੋ ਗਿਆ, ਇਸ ਨੂੰ ਵੀ ਸਮਝਣ ਦੀ ਲੋੜ ਹੈ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕਰਨ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀ ਸੋਚਦੇ ਸਨ ਅਤੇ ਉਹਨਾਂ ਨੇ ਇਸ ਸ਼ਹਿਰ ਨੂੰ ਲੈ ਕੇ ਕੀ ਉਮੀਦ ਰੱਖੀ ਸੀ, ਉਸ ਉਮੀਦ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੱਗੇ ਕਿਵੇਂ ਤੋਰਿਆ, ਇਹ ਸਾਰੀਆਂ ਗੱਲਾਂ ਅੱਜ ਸੋਚਣ ਲਈ, ਸਮਝਣ ਦੇ ਲਈ ਜ਼ਰੂਰੀ ਨੇ, ਕਿਉਂਕਿ ਅਸੀਂ 2021 ਦੇ ਵਿੱਚ ਇਹ ਵੇਖ ਰਹੇ ਹਾਂ ਕਿ ਅਸੀਂ ਬੀਇੰਗ ਅ ਸਿੱਖ ਹੋਣ ਦੇ ਨਾਤੇ ਕਿਹੋ ਜਿਹਾ ਕਿਰਦਾਰ ਹੈ, ਅਸੀਂ ਮਨੁੱਖੀ ਹੱਕਾਂ ਬਾਰੇ ਕਿਵੇਂ ਸੋਚ ਰਹੇ ਹਾਂ, ਅਸੀਂ ਆਪਣੇ ਪੂਰੇ ਕਿਰਦਾਰਾਂ ਬਾਰੇ ਕਿਵੇਂ ਸੋਚ ਰਹੇ ਹਾਂ ਅਤੇ ਅਸੀਂ ਮਨੁੱਖਤਾ ਦੀ ਉਸ ਪੂਰੀ ਰੂਹ ਨੂੰ ਕਿੰਨਾ ਕੁ ਇਨਸਾਫ ਦੇ ਵਿੱਚ ਲਿਆ ਰਹੇ ਹਾਂ। ਇਹ ਸਾਰੀਆਂ ਗੱਲਾਂ ਦੇ ਲਈ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਹੋਏ ਹਾਂ। ਮੇਰੇ ਨਾਲ ਅੱਜ ਦੇ ਮਹਿਮਾਨ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਮਨਜੀਤ ਸਿੰਘ ਦੇ ਬਜ਼ੁਰਗ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਦੇ ਗੁਰਧਾਮਾਂ ਦੀ ਸੇਵਾ ਨਿਭਾਉਂਦੇ ਹੋਏ ਇਸ ਦੁਨੀਆ ਤੋਂ ਰੁਖਸਤ ਹੋਏ। ਉਹਨਾਂ ਜੜ੍ਹਾਂ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ 1999 ਦੇ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਆ ਕੇ ਜਥੇਦਾਰ ਬਣਦੇ ਨੇ। 2002 ਤੱਕ ਉਹ ਇੱਥੋਂ ਦੇ ਜਥੇਦਾਰ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਉਹ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਦੇ ਨਹੀਂ। ਇਸ ਤਰ੍ਹਾਂ ਦੇ ਕਿੰਨੇ ਸੱਜਣ ਹੋਣਗੇ ਜਿਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਮੁਹੱਬਤ ਹੋ ਗਈ ਅਤੇ ਉਹ ਮੁਹੱਬਤ ਦੇ ਕੀ ਕਾਰਨ ਰਹੇ ਹੋਣਗੇ, ਉਸ ਨੂੰ ਵੀ ਆਪਾਂ ਸਮਝਾਂਗੇ। ਸੋ ਅੱਜ ਪ੍ਰੋਫੈਸਰ ਮਨਜੀਤ ਸਿੰਘ ਮੇਰੇ ਨਾਲ ਨੇ, ਸਾਬਕਾ ਜਥੇਦਾਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਹੀ ਰਮਣੀਕ ਥਾਂ ਦੇ ਉੱਤੇ ਇੱਕ ਬਹੁਤ ਸ਼ਾਨਦਾਰ ਤਜਰਬਿਆਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਮਹਿਸੂਸ ਕਰ ਰਹੇ ਨੇ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅਨਮਿਊਟ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮੈਂ ਗੱਲ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ। ਉਹਨਾਂ ਨੇ ਬਿਲਾਸਪੁਰ ਦੀ ਰਿਆਸਤ ਤੋਂ ਇਹ ਥਾਂ ਖਰੀਦੀ ਅਤੇ ਚੱਕ ਨਾਨਕੀ ਇਸ ਦਾ ਨਾਮ ਰੱਖਿਆ। ਥੋੜ੍ਹਾ ਜਿਹਾ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹੋ ਸਮਝਾਓ ਕਿ ਜਦੋਂ ਸਾਡੇ ਗੁਰੂ ਸਾਹਿਬ, ਚਾਹੇ ਉਹ ਗੁਰੂ ਅੰਗਦ ਪਾਤਸ਼ਾਹ ਹੋਣ, ਚਾਹੇ ਗੁਰੂ ਅਮਰਦਾਸ ਪਾਤਸ਼ਾਹ ਹੋਣ, ਚਾਹੇ ਗੁਰੂ ਨਾਨਕ ਪਾਤਸ਼ਾਹ ਹੋਣ, ਉਹਨਾਂ ਨੇ ਆਪੋ ਆਪਣੇ ਸਮਿਆਂ ਦੇ ਅੰਦਰ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਸ਼ਹਿਰ ਦੀ ਸਥਾਪਨਾ ਕਰਨਾ ਸਾਡੇ ਲਈ ਕੀ ਮਾਇਨੇ ਰੱਖਦਾ ਆ। ਅਨੰਦਪੁਰ ਸਾਹਿਬ ਕਿਸ ਸੋਚ ਦੇ ਵਿੱਚੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਥਾਪਿਤ ਕੀਤਾ? ਹਰਪ੍ਰੀਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਪਹਿਲਾਂ ਇਸ ਪੱਖੋਂ ਕਿ ਤੁਸੀਂ ਅਨਮਿਊਟ ਚੈਨਲ ਦੇ ਰਾਹੀਂ ਦਰਸ਼ਕਾਂ ਨਾਲ ਸਾਂਝ ਪਾਉਣ ਦਾ ਇੱਕ ਖੂਬਸੂਰਤ ਮੌਕਾ
ਮੇਰੇ ਲਈ ਬਣਾਇਆ। ਜਿਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਪਾਂ ਇਸ ਵੇਲੇ ਇਹ ਘੜੀਆਂ ਗੁਜ਼ਾਰ ਰਹੇ ਹਾਂ, ਇਹ ਅਨੰਦਪੁਰ ਸਾਹਿਬ 9ਵੇਂ ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਹਾਨੀ ਫੁਰਨਿਆਂ ਵਿੱਚੋਂ, ਰੂਹਾਨੀ ਸੋਚ ਵਿੱਚੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਉਹਨਾਂ ਨੇ ਗੁਰੂ ਦੇ ਸਿੱਖ ਸੇਵਕ ਵਜੋਂ ਕਮਾਈ ਕੀਤੀ ਗੁਰਮਤਿ ਜੀਵਨ ਜੁਗਤ ਦੀ, ਔਰ ਉਸ ਗੁਰਮਤਿ ਜੀਵਨ ਜੁਗਤ ਨੂੰ ਹੰਡਾਉਂਦਿਆਂ ਜੋ ਦੈਵੀ ਅਨੁਭਵ ਉਹਨਾਂ ਨੂੰ ਹੋਏ, ਤੇ ਜਿਹੜਾ ਬਾਣੀ ਦਾ ਬਚਨ ਹੈ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਆਪਣੀ ਬ੍ਰਹਮ ਗਿਆਨਤਾ ਦਾ ਵਿਹਾਰਕ ਪੱਖ ਸੰਸਾਰ ਦੇ ਵਿੱਚ, ਇਸ ਸੰਸਾਰਕ ਯਾਤਰਾ ਦੇ ਵਿੱਚ ਵਿਚਰਦਿਆਂ ਉਹਨਾਂ ਨੇ ਜਦੋਂ ਅਮਲੀ ਰੂਪ ਵਿੱਚ ਲਿਆਂਦਾ, ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਡੇ ਸਾਹਮਣੇ ਉਹ ਆਉਂਦੀ ਹੈ ਜਦੋਂ ਨਾਮ ਉਹਨਾਂ ਦਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਛੋਟੇ ਸਪੁੱਤਰ ਹੋਣ ਦੇ ਨਾਤੇ ਤਿਆਗਮੱਲ ਰੱਖਿਆ। ਜੀ। ਪਰ ਜਿਹੜੀਆਂ 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਮੜ ਦਿੱਤੀਆਂ ਗਈਆਂ, ਥੋਪ ਦਿੱਤੀਆਂ ਗਈਆਂ, ਮਜਬੂਰਨ ਉਹਨਾਂ ਨੂੰ ਉਹ ਲੜਾਈਆਂ ਸ਼ਾਹਜਹਾਂ ਦੇ ਜਬਰੋ ਜ਼ੁਲਮ ਦੇ ਖਿਲਾਫ ਲੜਨੀਆਂ ਪਈਆਂ। ਤਾਂ ਚੌਥੀ ਜੰਗ ਦੇ ਵਿੱਚ ਤਿਆਗਮੱਲ ਜੀ ਸ਼ਾਮਲ ਹੋਏ ਤੇ ਆਪਣੀ ਸ਼ਸਤਰ ਵਿਦਿਆ ਤੇ ਜੌਹਰ ਉਹਨਾਂ ਨੇ ਦਿਖਾਏ, ਜਿੱਥੋਂ ਇਤਿਹਾਸ ਸਾਨੂੰ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਹਜ਼ੂਰ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖਤਾ। ਜੀ। ਹੁਣ ਤਿਆਗ ਤੇ ਤੇਗ ਦਾ ਸੁਮੇਲ ਭਗਤੀ ਤੇ ਸ਼ਕਤੀ ਦੇ ਰੂਪ ਵਿੱਚ ਉਹਨਾਂ ਦੇ ਜੀਵਨ 'ਚੋਂ ਮਿਲਦਾ ਸਾਨੂੰ। ਗੁਰੂ ਘਰ ਦਾ ਤਿਆਗ ਜਿਹੜਾ ਨਾ, ਤਿਆਗ ਦਾ ਜੋ ਸੰਕਲਪ ਹੈ ਉਹ ਉਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇੱਥੋਂ ਦੇ ਭਾਰਤੀ ਸਮਾਜ ਦੇ ਤਿਆਗੀਆਂ, ਸੰਨਿਆਸੀਆਂ, ਉਦਾਸੀਆਂ ਦਾ ਰਿਹਾ। ਇੱਥੇ ਤਿਆਗ ਜਿਹੜਾ ਹੈ ਉਹ ਸੰਸਾਰ ਦੇ ਕਿਸੇ ਵੀ ਧਨ, ਪਦਾਰਥ, ਮਾਣ, ਪਦਵੀਆਂ, ਮਾਨ, ਅਪਮਾਨ, ਨਿੰਦਿਆ, ਉਸਤਤ, ਇਸ ਦੀ ਪਕੜ, ਇਸ ਦੇ ਪ੍ਰਭਾਵ ਤੋਂ ਉੱਪਰ ਉੱਠਣ ਦਾ, ਜਿਹਨੂੰ ਅਸੀਂ ਮੋਹ ਮਾਇਆ ਆਖਦੇ ਹਾਂ, ਉਸ ਦੇ ਪ੍ਰਭਾਵ ਤੋਂ ਉੱਪਰ ਉੱਠਣ ਦਾ ਨਾਂ ਹੈ। ਜੀ। ਮਾਇਆ ਨਹੀਂ ਤਿਆਗੀ, ਮਾਇਆ ਦੀ ਪਕੜ ਤਿਆਗੀ। ਸੰਸਾਰ ਨਹੀਂ ਤਿਆਗਿਆ, ਸੰਸਾਰ ਦਾ ਬੇਸੰਜਮਾ ਮੋਹ ਉਹ ਤਿਆਗਿਆ। ਬਲਕਿ ਇੱਥੇ ਕੰਮ ਉਲਟਾ ਚੱਲਦਾ। ਭਾਵੇਂ ਸੰਸਾਰ ਨੂੰ ਦੁੱਖਾਂ ਦਾ ਘਰ ਆਖਿਆ, ਸੰਸਾਰ ਨੂੰ ਬਿਨਸਨਹਾਰ ਆਖਿਆ, ਇੱਥੇ ਸਾਰੇ ਰਿਸ਼ਤੇ ਵੀ ਜਿਹੜੇ ਨੇ ਉਹ ਕੂੜੇ ਆਖੇ ਗਏ, ਪਰ ਵਿਸਮਾਦੀ ਗੱਲ ਇਹ ਹੈ ਕਿ ਗੁਰਮਤਿ ਜੀਵਨ ਜੁਗਤ ਵਿੱਚ ਸੰਸਾਰ ਨੂੰ ਇਹ ਸਾਰਾ ਕੁਝ ਕਹਿੰਦੇ ਆ, ਸੰਸਾਰ ਨਾਲ ਪਿਆਰ ਕਰਨਾ ਸਿਖਾਇਆ। ਸੰਸਾਰ ਦੇ ਵਾਸਤੇ, ਸੰਸਾਰ ਦੀਆਂ ਖੁਸ਼ੀਆਂ ਵਾਸਤੇ ਆਪਣੀ ਖੁਸ਼ੀ ਕਿਵੇਂ ਲੇਖੇ ਲਾਉਣੀ ਹੈ, ਇਹ ਤਿਆਗ ਦਾ ਇਹ ਵਿਚਾਰ ਜਿਹੜਾ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਮਤਿ ਜੀਵਨ ਜੋਤ ਵਿੱਚ ਇਸ ਨੂੰ ਹੰਡਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ। ਉਹਨਾਂ ਕੋਲ ਭਗਤੀ ਵੀ ਹੈ ਤੇ ਉਹਨਾਂ ਕੋਲ ਸ਼ਕਤੀ ਵੀ ਹੈ, ਇਹਦਾ ਪ੍ਰਗਟਾਵਾ ਉਹ ਕਰ ਚੁੱਕੇ ਨੇ। ਜੀ। ਪਰ ਇਸ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਵਰਤੋਂ ਜਿਹੜੀ ਹੈ ਉਹ ਪਰਉਪਕਾਰੀ ਬਿਰਤੀ ਦੇ ਅਧੀਨ ਹੈ। ਕਿਸੇ ਵੀ ਵਸਤੂ ਦੀ, ਜ਼ਮੀਨ ਜਾਇਦਾਦ ਦੀ, ਪਦਵੀ ਦੀ ਪਕੜ ਵਾਸਤੇ ਨਹੀਂ ਹੈ। ਇਸੇ ਕਰਕੇ ਜਦੋਂ ਬਾਬਾ ਬਕਾਲਾ ਸਾਹਿਬ ਖੇਡ ਵਾਪਰਦੀ ਹੈ ਬਾਬਾ ਬਕਾਲੇ ਦੇ ਬਚਨਾਂ ਦੀ, ਤਾਂ ਬਾਈ ਮੰਜੀਆਂ ਸਮੇਤ ਧੀਰਮਲ ਦੇ ਉਹਨਾਂ ਦਾ ਜਿਹੜਾ ਪੋਤਾ ਲੱਗਦਾ ਰਿਸ਼ਤੇ 'ਚ, ਉਹ ਗੁਰਤਕ ਗੱਦੀ ਦੇ ਦਾਅਵੇਦਾਰ ਨੇ, ਪਰ
ਗੁਰੂ ਤੇਗ ਬਹਾਦਰ ਸਾਹਿਬ ਨਹੀਂ ਹਨ, ਬਲਕਿ ਉਹ ਇਕਾਂਤਵਾਸ ਵਿੱਚ ਚਲੇ ਜਾਂਦੇ ਹਨ। ਗੁਰਤਾ ਗੱਦੀ ਦੀ ਬਖਸ਼ਿਸ਼ ਹੁੰਦੀ ਹੈ। ਉਹ ਜਦੋਂ ਦੇਖਦੇ ਨੇ ਕਿ ਅੰਮ੍ਰਿਤਸਰ ਸਮੇਤ ਮਸੰਦਾਂ ਨੇ ਮੋਹ ਵਸ ਧਰਮ ਅਸਥਾਨਾਂ ਨੂੰ ਮਲਕੀਅਤ ਬਣਾ ਲਿਆ, ਕਬਜ਼ੇ ਕਰ ਲਏ। ਗੁਰੂ ਸਾਹਿਬ ਉੱਥੇ ਗਏ, ਜੋ ਇਤਿਹਾਸ ਆਪਾਂ ਸਾਰੇ ਪੜ੍ਹਦੇ ਸੁਣਦੇ ਹਾਂ, ਮਸੰਦਾਂ ਨੇ ਦਰਵਾਜ਼ੇ ਬੰਦ ਕਰਤੇ। ਪਾਤਸ਼ਾਹ ਹਜ਼ੂਰ ਨੇ ਕਿਤੇ ਵੀ ਹੱਕ ਨਹੀਂ ਜਤਾਇਆ ਜੀ, ਕਿਸੇ ਨਾਲ ਬਖੇੜਾ ਨਹੀਂ ਪਾਇਆ, ਉੱਥੇ ਬੈਠ ਕੇ ਆ ਗਏ। ਇਹੀ ਸੋਚ ਅੱਗੇ ਚੱਲਦੀ। ਜਦੋਂ ਆਪਾਂ ਅਨੰਦਪੁਰ ਤੱਕ ਆਉਂਦੇ ਹਾਂ ਨਾ, ਇਹ ਸੋਚ ਨਿਰੰਤਰ ਉਹਨਾਂ ਦੇ ਨਾਲ ਨਾਲ ਚੱਲਦੀ ਹੈ। ਉਹਨਾਂ ਦੀ ਰੂਹਾਨੀ ਸੁਰਤ ਵਿੱਚ ਇਸ ਦਾ ਵਾਸਾ ਹੈ। ਉੱਥੋਂ ਉਹ ਉੱਠ ਕੇ ਕੀਰਤਪੁਰ ਸਾਹਿਬ ਆ ਜਾਂਦੇ ਹੈ, ਜੋ ਇੱਥੋਂ ਨਾਲ ਹੀ 11 ਕਿਲੋਮੀਟਰ 'ਤੇ ਹੈ ਸ਼ਹਿਰ, ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਹਜ਼ੂਰ ਨੇ 6ਵੇਂ ਪਾਤਸ਼ਾਹ ਨੇ ਵਸਾਇਆ ਸੀਗਾ ਜੀ, ਜਿੱਥੇ ਉਹਨਾਂ ਦੇ ਵੱਡੇ ਭਰਾ ਬਾਬਾ ਸੂਰਜਮਲ ਸੀਗੇ। ਸਾਰੇ ਪ੍ਰਚਾਰ ਦੌਰਿਆਂ ਤੋਂ ਬਾਅਦ ਉੱਥੇ ਆ ਗਏ। ਜਦੋਂ ਬਿਲਾਸਪੁਰ ਦੀ ਰਾਣੀ ਚੰਪਾ ਨੇ ਆਪਣੇ ਪਤੀ ਦੇ ਚਲਾਣੇ ਤੋਂ ਬਾਅਦ ਅੰਤਮ ਰਸਮਾਂ ਕਰਨੀਆਂ ਸੀਗੀਆਂ, ਤਾਂ ਉਹਨਾਂ ਨੇ ਮਾਤਾ ਨਾਨਕੀ ਜੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪੂਜ ਮਹਿਲ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ, ਉਹਨਾਂ ਨੂੰ ਬੁਲਾਇਆ। ਬੁਲਾਉਣ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਜਿਹੜਾ ਦਾਦਾ ਸਹੁਰਾ ਸੀਗਾ, ਉਹ ਉਹਨਾਂ 52 ਰਾਜਿਆਂ 'ਚੋਂ ਸੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੀ ਕੈਦ ਵਿੱਚੋਂ ਛੁਡਵਾਇਆ ਸੀਗਾ। ਇਸ ਕਰਕੇ ਬਿਲਾਸਪੁਰ ਰਿਆਸਤ ਆਪਣੇ ਆਪ ਨੂੰ ਕਰਜ਼ਈ ਸਮਝਦੀ ਸੀ ਗੁਰੂ ਸਾਹਿਬ ਦਾ, ਅਤੇ ਉਹ ਰਿਣੀ ਮਹਿਸੂਸ ਕਰਦਿਆਂ ਹੋਇਆਂ ਸਤਿਕਾਰ ਕਰਦੇ ਸੀ। ਨਾ ਕੇਵਲ ਸਤਿਕਾਰ, ਬਲਕਿ ਇੱਕ ਸਮਰਪਣ ਭਾਵਨਾ ਵਾਲੀ ਸ਼ਰਧਾ ਸੀ ਉਹਨਾਂ ਦੀ। ਇਸ ਕਰਕੇ ਰਾਣੀ ਚੰਪਾ ਨੇ ਬੁਲਾਇਆ ਕਿ ਤੁਸੀਂ ਆ ਕੇ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕਰੋ ਅਤੇ ਮੇਰੇ ਵੈਰਾਗੇ ਹੋਏ ਮਨ ਨੂੰ ਧੀਰਜ ਤੁਹਾਡੇ ਸੰਗਤ ਵਿੱਚੋਂ ਮਿਲਣੀ ਹੈ। ਉੱਥੇ ਜਦੋਂ ਬੁਲਾਇਆ ਤਾਂ ਸ਼ਰਧਾ ਪ੍ਰਗਟ ਕੀਤੀ ਕਿ ਮੈਂ ਚਾਹੁੰਦੀ ਹਾਂ ਅੰਤਲੇ ਸਵਾਸ ਤੱਕ ਤੁਹਾਡੇ ਦਰਸ਼ਨ ਹੁੰਦੇ ਰਹਿਣ ਮੈਨੂੰ, ਅਤੇ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰਕੇ ਰਿਆਸਤ ਵਿੱਚ ਜਿੱਥੇ ਚਾਹੁੰਦੇ ਹੋ ਉੱਥੇ ਟਿਕਾਣਾ ਬਣਾ ਕੇ ਮੈਨੂੰ ਆਪਣੀ ਸੰਗਤ ਬਖਸ਼ਦੇ ਰਹੋ। ਮਾਤਾ ਨਾਨਕੀ ਜੀ ਨੇ ਉਹਦੀ ਇਹ ਸ਼ਰਧਾ ਭਾਵਨਾ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੇ ਵਸਣ ਵਾਸਤੇ ਬਚਨ ਕੀਤਾ। ਕੀਰਤਪੁਰ ਸਾਹਿਬ ਤੇ ਪਹਿਲਾਂ ਹੀ ਸੀਗਾ ਜੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਅੰਦਰ ਭਾਵਨਾ ਕੀ ਚੱਲਦੀ ਹੈ। ਕੀਰਤਪੁਰ ਦੇ ਵਿੱਚ ਬਾਬਾ ਸੂਰਜਮਲ ਵਸਦੇ ਪਏ ਨੇ, ਉਹਨਾਂ ਦੇ ਧੀਆਂ ਪੁੱਤਰ ਵਸਦੇ ਪਏ ਨੇ। ਸ਼ਰੀਕੇਬਾਜ਼ੀ ਦਾ ਜਿਹੜਾ ਇੱਕ ਅਣਸੁਖਾਵਾਂ ਕਰੂਪ ਜਾਂ ਰੂਪ ਜਿਹੜਾ ਉਹ ਬਾਬੇ ਬਕਾਲੇ ਦੇਖ ਚੁੱਕੇ, ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇਖ ਚੁੱਕੇ। ਮਹਾਰਾਜ ਦੇ ਅੰਦਰ ਉਹ ਵੀ ਹੈ ਕਿ ਇੱਥੇ ਵਸਾਂਗੇ ਕਿਸੇ ਵੇਲੇ ਫੇਰ ਇਹ ਈਰਖਾ, ਸੰਸਾਰਕ ਪਕੜ ਦੀਆਂ ਭਾਵਨਾਵਾਂ ਰਿਸ਼ਤੇਦਾਰਾਂ 'ਚ ਪੈਦਾ ਹੋ ਸਕਦੀਆਂ ਨੇ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੀ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਵਾਂਗੇ, ਕੁਦਰਤੀ ਗੱਲ ਹੈ ਸੰਗਤਾਂ ਨੇ ਆਪਣੀ ਸ਼ਰਧਾ ਪ੍ਰਗਟ ਕਰਨੀ ਹੈ, ਅਤੇ ਹੋ ਸਕਦਾ ਹੈ ਕਿ ਈਰਖਾ, ਇੱਕ ਤਾਂ ਮਹਾਰਾਜ ਦੇ ਜ਼ਿਹਨ 'ਚ ਇਹ ਸੀ ਕਿ ਨਾ ਸਾਡੀ ਕਿਸੇ ਚੀਜ਼ ਨਾਲ ਪਕੜ ਨਹੀਂ ਜੀ, ਕਿਸੇ ਚੀਜ਼ 'ਤੇ ਆਪਣਾ ਦਾਅਵਾ ਨਹੀਂ ਦਿੱਤਾ। ਦੂਸਰਾ, ਮਹਾਰਾਜ ਕਿਉਂਕਿ ਇਸ ਇਲਾਕੇ ਦੇ ਵਿੱਚ ਵਿਚਰ ਚੁੱਕੇ ਹੈ, ਇਹੋ ਜਿਹੀ ਰਮਣੀਕ ਜਗ੍ਹਾ ਹੋਰ ਕਿਤੇ ਨਹੀਂ ਸੀ। ਦੂਸਰੀ ਗੱਲ ਇਹ ਵੀ ਮਹਾਰਾਜ ਨੂੰ ਪਤਾ ਸੀ ਕਿ ਸਮੇਂ ਦੇ ਜਿਹੜੇ ਹਾਕਮ ਨੇ, ਮੁਗਲ ਹਾਕਮ, ਉਹ ਉਹਨਾਂ ਦੀ ਈਰਖਾ, ਉਹਨਾਂ ਦਾ ਮੁਤੱਸਬ ਘਟਿਆ ਨਹੀਂ, ਬਲਕਿ ਔਰੰਗਜ਼ੇਬ ਦੇ ਗੱਦੀ ਦਾ ਵਾਰਿਸ ਬਣਨ ਨਾਲ ਹੋਰ ਵੱਧ ਗਿਆ ਜੀ। ਕਾਜ਼ੀ ਮੁਲਾਣੇ ਜਿਹੜੇ ਸੀ ਉਹ ਤੇ ਅੱਗੇ ਹੀ
ਈਰਖਾ ਕਰਦੇ ਸੀ ਗੁਰੂ ਘਰ ਨਾਲ। ਜਹਾਂਗੀਰ ਨੂੰ ਭੜਕਾਉਣ ਵਿੱਚ ਤੇ ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਤੇ ਔਰੰਗਜ਼ੇਬ ਨੂੰ ਭੜਕਾਉਣ ਦੇ ਵਿੱਚ ਇਹਨਾਂ ਕਾਜ਼ੀਆਂ ਮੁਲਾਣਿਆਂ ਦਾ ਬਹੁਤ ਹੱਥ ਰਿਹਾ। ਗੁਰੂ ਸਾਹਿਬ ਦੇ ਧਿਆਨ 'ਚ ਇਹ ਵੀ ਸੀ ਕਿ ਸਮਾਂ ਆ ਸਕਦਾ ਹੈ ਜਦੋਂ ਪਿਤਾ ਜੀ ਵਾਂਗ, ਧੰਨ ਗੁਰੂ ਹਰਗੋਬਿੰਦ ਸਾਹਿਬ ਵਾਂਗ ਫਿਰ ਕਿਤੇ ਇਹਨਾਂ ਦੀ ਈਰਖਾ ਦਾ, ਮੁਤੱਸਬ ਦਾ ਸਾਹਮਣਾ ਕਰਨਾ ਪੈ ਜਾਏ। ਜੀ ਸੋ ਸੁਰੱਖਿਆ ਪੱਖ ਤੋਂ ਵੀ ਗੁਰੂ ਸਾਹਿਬ ਨੂੰ ਇਹ ਜਗ੍ਹਾ ਜਿਹੜੀ ਹੈ ਬਹੁਤ ਯੋਗ ਲੱਗੀ। ਤੀਸਰੀ ਗੱਲ, ਪਹਾੜੀ ਰਾਜੇ ਉਹ ਵੀ ਗੁਰੂ ਘਰ ਨਾਲ ਕੋਈ ਬਹੁਤਾ ਚੰਗਾ ਵਰਤਾਰਾ ਨਹੀਂ ਸੀ ਰੱਖਦੇ। ਉਹਨਾਂ ਨੂੰ ਵੀ ਗੁਰੂ ਸਾਹਿਬ ਦੀ ਪ੍ਰਭਤਾ ਬਹੁਤੀ ਪਾਉਂਦੀ ਨਹੀਂ ਸੀ। ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹਾਂ ਭਈ ਸਾਡਾ ਕਿਸੇ ਨਾਲ ਵੀ ਕੋਈ ਕਲਾ ਕਲੇਸ਼, ਕਿਸੇ ਗੱਲ ਦੀ ਕੋਈ ਦਾਅਵੇਦਾਰੀ ਇਸ ਤਰ੍ਹਾਂ ਦੀ ਨਾ ਹੋਵੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੇ ਬਖਸ਼ਿਸ਼ ਕੀਤੇ ਹੋਏ ਗੁਰਮਤਿ ਜੀਵਨ ਦੀ ਵਿਚਾਰਧਾਰਾ ਲਈ ਵਿਘਨਕਾਰੀ ਹੋਵੇ। ਤਾਂ ਗੁਰੂ ਸਾਹਿਬ ਨੇ ਇਸ ਜਗ੍ਹਾ ਨੂੰ ਚੁਣਿਆ। ਹੁਣ ਇਹਦੇ ਪਿੱਛੇ ਇੱਕ ਨਾਲ ਹੋਰ ਗੱਲ ਜੋ ਆਪਾਂ ਸਿਰਫ ਵਿਚਾਰ ਹੀ ਸਕਦੇ ਹਾਂ, ਬਾਕੀ ਤੇ ਅੰਤਰਜਾਮੀ ਸਤਿਗੁਰੂ ਪੂਰਨ ਤੌਰ 'ਤੇ ਕਿਸੇ ਸਿੱਖ ਕੋਲ ਨਾ ਉਹੋ ਜਿਹੀ ਸਮਰੱਥਾ ਹੋ ਸਕਦੀ ਹੈ ਉਹਨਾਂ ਦੀ ਬਿਰਤੀ ਦੀ ਥਾਹ ਪਾਉਣ ਦੀ। ਪਰ ਗੁਰਮਤਿ ਦੇ ਪੱਖ ਤੋਂ ਇੱਕ ਗੱਲ ਜੋ ਸਮਝ ਆਉਂਦੀ ਹੈ ਉਹ ਇਹ ਕਿ ਬਾਣੀ ਦਾ ਇੱਕ ਵਿਚਾਰ ਰਿਹਾ ਹੈ ਕਿ ਇਸ ਸੰਸਾਰ ਵਿੱਚ ਚੰਗਿਆਈ ਨਾਲੋਂ ਬੁਰਾਈ ਜ਼ਿਆਦਾ ਫੈਲੀ ਹੈ ਜੀ ਔਰ ਫਲਦੀ ਫੁੱਲਦੀ ਵੀ ਜਲਦੀ ਹੈ ਅਤੇ ਬਹੁਤੇ ਉਹਦੀ ਪਕੜ ਵਿੱਚ ਆਉਂਦੇ ਹੈ। ਜਿਹੜੇ ਗੁਣਾਂ ਵਾਲਾ ਜੀਵਨ ਜਿਉਣ ਵਾਲੇ ਹੈ ਉਹ ਵਿਰਲੇ ਹੁੰਦੇ ਹੈ। ਗੁਰੂ ਨਾਨਕ ਸਾਹਿਬ ਨੇ ਇਹ ਬਾਣੀ 'ਚ ਫੈਸਲੇ ਸੁਣਾਏ ਹੋਏ। ਜਦੋਂ ਗੁਰੂ ਸਾਹਿਬ ਇਸ ਦੁਨੀਆ ਦੇ ਵਰਤਾਰੇ ਨੂੰ ਦੇਖਦੇ ਹੈ ਤਾਂ ਮਹਾਰਾਜ ਦੇਖਦੇ ਹੈ ਕਿ ਰਿਸ਼ਤਿਆਂ ਦੀ ਸੁਚਮਤਾ ਗਵਾਚ ਗਈ ਹੈ, ਆਪੋ ਤਾਪੀ ਪਈ ਹੋਈ ਹੈ, ਖੁਦਗਰਜ਼ੀ, ਕ੍ਰੋਧ, ਹੰਕਾਰ, ਲੋਭ ਇੰਨਾ ਵਧਿਆ ਹੋਇਆ, ਤ੍ਰਿਸ਼ਨਾਲੂ ਬਿਰਤੀਆਂ ਇੰਨੀਆਂ ਵਧੀਆਂ ਕਿ ਰਿਸ਼ਤੇ ਗਵਾਚ ਗਏ। ਬਾਣੀ ਦੇ ਵਿੱਚ ਜ਼ਿਕਰ ਹੈ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਹ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੀ ਤਸਵੀਰ ਸਾਡੇ ਸਾਹਮਣੇ ਰੱਖਦੇ ਹੈ। ਪਰ ਨਾਲ ਹੀ ਇਹ ਕਹਿੰਦੇ ਹੈ ਕਿ ਇਸ ਬੇਅਕਲੀ, ਬੇਸੰਜਮੇਪਣ ਦੀ, ਬੇਧਿਆਨੇਪਣ ਦੀ ਅਨੈਤਿਕ ਜ਼ਿੰਦਗੀ ਜਿਉਂਦਿਆਂ ਵੀ ਲੋਕੀ ਆਨੰਦ ਤੇ ਚਾਹੁੰਦੇ ਆ ਨਾ ਜੀ, ਸੁੱਖ ਤੇ ਚਾਹੁੰਦੇ ਆ ਨਾ, ਡਰ ਸਹਿਮ ਤੋਂ, ਚਿੰਤਾ ਫਿਕਰ ਤੋਂ ਮੁਕਤ ਜੀਵਨ ਤੇ ਚਾਹੁੰਦੇ ਆ ਨਾ। ਉਹ ਕਿੱਦਾਂ ਮਿਲਣਾ? ਇਹੋ ਜਿਹੀ ਵਿਕਾਰੀ ਬੇਸੰਜਮੀ ਜ਼ਿੰਦਗੀ ਦੇ ਨਾਲ ਤੇ ਮਾਨਸਿਕ ਸੰਤੁਸ਼ਟੀ ਨਹੀਂ ਮਿਲ ਸਕਦੀ। ਉਹ ਕਿਵੇਂ ਮਿਲੇ? ਅੰਦਰ ਜਿਹੜਾ ਸੋਕਾ ਪਿਆ ਹੋਇਆ ਸੁਖ ਸ਼ਾਂਤੀ ਦਾ, ਆਨੰਦ ਦਾ, ਕਿਤੇ ਖੜਾਓ ਦਾ ਕੋਈ ਮੌਕਾ ਨਜ਼ਰ ਹੀ ਨਹੀਂ ਆ ਰਿਹਾ, ਹੈ ਕਰਦੀ ਸੁਣੀ ਲੁਕਾਈ ਜੀ। ਉਹਦਾ ਕੀ ਇਲਾਜ ਹੈ? ਉਹਦਾ ਇਲਾਜ ਗੁਰੂ ਨਾਨਕ ਸਾਹਿਬ ਨੂੰ ਫਿਰ ਇਹ ਲੱਭਿਆ, ਕਾਰਨ ਲੱਭਿਆ ਹੈ ਕਿ ਇਹ ਸੋਕਾ ਕਿਉਂ ਹੈ, ਇਹਨਾਂ ਰੋਣਾ ਧੋਣਾ ਕਿਉਂ ਹੈ? ਤਾਂ ਕਹਿੰਦੇ ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਤੇ ਇਹ ਜਲਨ ਜਿਹੜੀ ਹੈ, ਤਪਸ਼ ਜਿਹੜੀ ਹੈ, ਇਹ ਸੜਿਆੰਦ ਜਿਹੜੀ ਹੈ, ਇਸ ਕਰਕੇ ਹੈ ਕਿ ਇਹਨਾਂ ਨੂੰ ਜਿਉਣਾ ਨਹੀਂ ਆਉਂਦਾ, ਜਿਉਣ ਦੇ ਅਰਥ ਨਹੀਂ, ਜਿਉਣ ਦਾ ਮਕਸਦ ਨਹੀਂ ਪਤਾ। ਤੇ ਇਹਦਾ ਅਰਥ ਸਮਝਾਉਣ ਵਾਲੇ, ਜੀਵਨ ਦਾ ਮਕਸਦ ਸਮਝਾਉਣ ਵਾਲੇ ਤੇ ਫਿਰ ਵਾਹਿਗੁਰੂ ਵੱਲੋਂ ਭੇਜੇ ਹੋਏ, ਨਵਾਜੇ ਹੋਏ ਉਹੀ ਬ੍ਰਹਮਵੇਤਾ ਪੁਰਸ਼ ਹੋ ਸਕਦੇ ਹੈ, ਜਿਹੜੇ ਗੁਰੂ ਰੂਪ ਹੋ ਕੇ ਵਾਹਿਗੁਰੂ ਜੀ ਨਾਲ ਲਿਵਲੀਨਤਾ ਨਾਲ ਇੱਥੇ ਇਹ ਪਰਉਪਕਾਰੀ ਕਾਰਜ ਕਰਨ। ਇਸ ਕਰਕੇ ਗੁਰੂ ਨੂੰ ਮਹਿਮਾ ਦਿੱਤੀ ਗਈ, ਗੁਰੂ ਨੂੰ ਵਡਿਆਈ ਦਿੱਤੀ ਗਈ। ਅਤੇ ਇਹ ਫੈਸਲਾ ਸੁਣਾਇਆ ਬਾਣੀ ਦੇ ਵਿੱਚ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ
ਆਏ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਹੁਣ ਮੈਂ ਆਨੰਦਪੁਰੀ ਨੂੰ ਇਸ ਨਜ਼ਰੀਏ ਨਾਲ ਦੇਖਦਾ। ਜਦੋਂ ਇੱਥੇ ਆਏ ਨੇ ਸੱਚੇ ਪਾਤਸ਼ਾਹ ਜੀ, ਇੱਥੋਂ ਦਾ ਜੋ ਸਾਡੀ ਕਹਿ ਲਓ ਪਿਤਾ ਪੁਸ਼ਤੀ ਇੱਥੇ ਚਲੀ ਆ ਰਹੀ ਜਿਹੜੀ ਪਰੰਪਰਕ ਕਹਾਣੀ ਹੈ ਉਹ ਇਹ ਕਿ ਜਦੋਂ ਇਹ 3 ਪਿੰਡ ਬਿਲਾਸਪੁਰ ਦੀ ਰਾਣੀ ਤੋਂ ਮਹਾਰਾਜ ਨੇ ਖਰੀਦੇ ਜੀ, 500 ਮੋਹਰਾਂ ਦੇ ਕੇ, ਤਾਂ ਇਹ ਧਰਤੀ ਇੱਥੇ ਮੈਖਾ ਚੌਧਰੀ ਸੀ। ਮੈਂ ਇਹਨੂੰ ਉਸ ਬਖਸ਼ਿਸ਼ ਭਰੇ ਅਨੁਭਵ ਨਾਲ ਜੋੜ ਕੇ ਦੇਖਦਾ ਹਾਂ ਕਿ ਮੈਖਾ ਚੌਧਰੀ ਜਿਸ ਨੂੰ ਇੱਥੋਂ ਦੇ ਨਿਵਾਸੀ ਜਿਹੜੇ ਸੀ ਨਾ ਉਹ ਮੈਖਾ ਦੈਂਤ ਕਰਕੇ ਬੁਲਾਉਂਦੇ ਸੀ। ਉਹਦਾ ਕਾਰਨ ਇਹ ਸੀਗਾ ਕਿ ਉਹ ਇੰਨਾ ਕ੍ਰੋਧੀ, ਹੰਕਾਰੀ ਔਰ ਇੰਨਾ ਜ਼ਿਆਦਾ ਰੁੱਖੇਪਣ ਨਾਲ, ਖੁਦਗਰਜ਼ੀ ਨਾਲ ਭਰਿਆ ਹੋਇਆ ਸੀ ਕਿ ਉਹਨੇ ਚੌਧਰੀ ਹੋਣ ਦੇ ਨਾਤੇ ਦੂਜਿਆਂ ਦਾ ਜਿਉਣਾ ਹਰਾਮ ਕੀਤਾ ਪਿਆ ਸੀ। ਇਸ ਕਰਕੇ ਕੋਈ ਇੱਥੇ ਸੁੱਖ ਸ਼ਾਂਤੀ ਵਾਲੀ ਗੱਲ ਕੋਈ ਨਹੀਂ ਸੀ। ਉਹਦੇ ਦੁਖਾਏ ਹੋਏ, ਤੰਗ ਕੀਤੇ ਹੋਏ ਲੋਕੀ ਉਹਨੂੰ ਦੈਂਤ ਕਰਕੇ ਬੁਲਾਉਂਦੇ ਸੀਗੇ ਅਤੇ ਜਿਉਣਾ ਹਰਾਮ ਸੀ। ਆਨੰਦ ਸੁੱਖ ਤਾਂ ਹੈ ਹੀ ਨਹੀਂ ਸੀ। ਜੀ, ਜਿਸ ਦਿਨ ਸੱਚੇ ਪਾਤਸ਼ਾਹ ਹਜ਼ੂਰ ਇੱਥੇ ਆਏ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਜਦੋਂ ਇੱਥੇ ਆ ਕੇ ਮੋੜੀ ਗੱਡੀ, ਆਹੀ ਪਿੰਡ ਹੈ, ਪਿੰਡ ਸਹੋਤਾ, ਜਿੱਥੇ ਮਹਾਰਾਜ ਨੇ ਮੋੜੀ ਗੱਡੀ ਸੀ। ਹੁਣ ਜਿਵੇਂ ਹੀ ਗੁਰੂ ਸਾਹਿਬ ਦੀ ਇੱਥੇ ਆਮਦ ਹੋਈ, ਉਹ ਸੋਕਾ, ਉਹ ਉਦਾਸੀ, ਨਿਰਾਸ਼ਤਾ ਲੋਕਾਂ ਦੇ ਜੀਵਨ ਵਿੱਚੋਂ, ਚਿੰਤਾ ਫਿਕਰ ਮੁੱਕਣੇ ਸ਼ੁਰੂ ਹੋ ਗਏ। ਉਹਦੀ ਜਗ੍ਹਾ 'ਤੇ ਗੁਰੂ ਦੀ ਸੰਗਤ ਵਿੱਚੋਂ, ਗੁਰੂ ਦੇ ਦਰਸ਼ਨਾਂ ਵਿੱਚੋਂ, ਗੁਰੂ ਦੇ ਬਚਨਾਂ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਆਉਂਦੇ ਗਏ, ਦੁੱਖ ਚਿੰਤਾ ਦੀ ਬਜਾਏ ਸੁੱਖ ਸੰਤੁਸ਼ਟੀ ਮਹਿਸੂਸ ਹੋਣ ਲੱਗੀ, ਆਨੰਦ ਮਹਿਸੂਸ ਹੋਣ ਲੱਗਿਆ। ਜੀਵਨ ਜਿਹੜਾ ਹੈ ਉਹ ਔਗਣਾਂ ਤੋਂ, ਬੇਸੰਜਮੇਪਣ ਤੋਂ ਰਹਿਤ ਹੋ ਕੇ ਇੱਕ ਗੁਰਮਤਿ ਜੀਵਨ ਜੁਗਤ ਵਾਲਾ ਇਸ ਤਰ੍ਹਾਂ ਬਣਨ ਲੱਗ ਪਿਆ ਕਿ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹਨਾਂ ਦੇ ਜੀਵਨ ਵਿੱਚ ਰੂਹਾਨੀ ਹਰਿਆਵਲ, ਰੋਜ਼ ਦੀ ਜ਼ਿੰਦਗੀ ਜਿਹੜੀ ਉਦਾਸੀ, ਨਿਰਾਸ਼ਤਾ ਭਰੀ ਸੀ, ਉਹਦੀ ਜਗ੍ਹਾ 'ਤੇ ਸੁੱਖ ਆਨੰਦ ਆਉਣ ਲੱਗ ਪਿਆ। ਪਹਿਲਾ ਨਾਮ ਇਸ ਅਸਥਾਨ ਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੂਜ ਮਾਤਾ ਨਾਨਕੀ ਜੀ ਦੇ ਨਾਮ 'ਤੇ ਚੱਕ ਨਾਨਕੀ ਰੱਖਿਆ, ਜਿਹੜਾ ਅੱਜ ਵੀ ਪੁਰਾਤਨ ਸਰਕਾਰੀ ਕਾਗਜ਼ਾਂ ਵਿੱਚ ਚੱਲਿਆ ਆਉਂਦਾ। ਪਰ ਜਿਉਂ ਹੀ ਉਹ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਇੱਥੇ ਦੂਰ ਦਰਾਡੇ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਨਾਲ ਜੁੜੇ ਹੋਏ ਜੱਦੀ ਪੁਸ਼ਤੀ ਜਿਹੜੇ ਸੀਗੇ, ਉਹ ਲੋਕ ਇੱਥੇ ਆਉਣੇ ਸ਼ੁਰੂ ਹੋਏ। ਇਹ ਸਤਸੰਗੀ ਅਸਥਾਨ ਬਣ ਗਿਆ। ਨਾ ਕੇਵਲ ਇਮਾਰਤਾਂ ਵਾਲਾ ਸ਼ਹਿਰ ਵਸਿਆ, ਠੀਕ ਹੈ, ਇੱਥੇ ਵਪਾਰ ਵੀ ਹੋਏ, ਇੱਥੇ ਬਹੁਤ ਸਾਰਿਆਂ ਨੂੰ ਕੰਮਕਾਜ ਵੀ ਮਿਲਿਆ, ਰੋਜ਼ਗਾਰ ਵੀ ਮਿਲਿਆ, ਜੀ, ਰੋਜ਼ੀ ਰੋਟੀ ਦੇ ਸਾਧਨ ਮਿਲੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਹੋਈ ਕਿ ਰੂਹਾਨੀ ਸੁੱਖ ਮਿਲਿਆ, ਰੂਹਾਨੀ ਆਨੰਦ ਮਿਲਿਆ। ਅਤੇ ਇਹੋ ਹੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਜਿਹੜਾ ਮੂਲ ਮਕਸਦ ਕਿ ਇਸ ਧਰਤੀ ਨੂੰ ਧਰਮਸਾਲ ਬਣਾਉਣਾ ਹੈ। ਇੱਥੇ ਕਿਰਤ ਹੋਵੇ, ਪਰ ਕਿਰਤ ਦੇ ਨਾਲ ਨਾਲ ਨਾਮ ਸਿਮਰਨ ਦਾ ਪਹਿਰਾ ਸੁਰਤੀਆਂ ਬਿਰਤੀਆਂ ਦੇ ਲੋਕਾਂ 'ਤੇ ਇਸ ਤਰ੍ਹਾਂ ਆਵੇ ਕਿ ਉਹ ਜਿਹੜਾ ਹੈ ਕਰਦੀ ਸੁਣੀ ਲੁਕਾਈ ਵਾਲਾ ਜੀ ਪੱਖ, ਉਹਦੀ ਬਜਾਏ ਆਨੰਦ, ਸੁੱਖ ਸੰਤੁਸ਼ਟੀ, ਚਿੰਤਾ ਰਹਿਤ ਜ਼ਿੰਦਗੀ ਹੋਵੇ। ਕਰਤਾਰਪੁਰ ਵੀ ਇਸੇ ਕਰਕੇ ਵਸਾਇਆ ਸੀ ਜੀ, ਉਹਦਾ ਨਾਂ ਹੀ ਕਰਤਾਰਪੁਰ ਇਸ ਕਰਕੇ ਰੱਖਿਆ। ਮਕਾਨ ਤਾਂ ਉੱਥੇ ਵੀ ਬਣੇ, ਬਹੁਤ ਕੁਛ ਬਣਿਆ, ਲੇਕਿਨ ਸਭ ਤੋਂ ਵੱਡੀ ਜਿਹੜੀ ਉੱਥੇ ਗੱਲ ਸਾਹਮਣੇ ਆਈ, ਬਾਦਸ਼ਾਹਾਂ ਦੇ ਵੀ ਨਗਰ ਵਸਦੇ ਨੇ, ਉਹਨਾਂ ਨੇ ਵੀ ਵਸਾਏ ਬਹੁਤ, ਹੋਰ ਵੀ ਰੌਣਕ ਮੇਲੇ ਉਹਨਾਂ ਨੇ ਇਸ ਸੰਸਾਰ ਦੇ ਆਪਣੀ ਜ਼ਮੀਨ ਜਾਇਦਾਦ, ਆਪਣੀ ਮਲਕੀਅਤ ਵਿੱਚ ਰਾਜ ਭਾਗ 'ਚ ਬਣਾਏ। ਲੇਕਿਨ ਉਹਨਾਂ ਕੋਲ ਆਪਣੀ ਪ੍ਰਜਾ ਨੂੰ ਦੇਣ ਵਾਸਤੇ ਰੂਹਾਨੀ ਸੁੱਖ ਨਹੀਂ ਸੀ। ਨਾ ਉਹਨਾਂ 'ਚ ਆਪਣੇ ਉਹੋ ਜਿਹੇ ਦੈਵੀ ਗੁਣ, ਨਾ ਉਹਨਾਂ ਦੀ ਆਪਣੀ ਜੀਵਨ ਜੁਗਤ ਜਿਹੜੀ ਉਹ ਦੈਵੀ ਗੁਣਾਂ ਵਾਲੀ, ਅਤੇ ਨਾ ਉਹ ਦੂਜਿਆਂ ਨੂੰ ਦੇ ਸਕੇ। ਪਰ ਇੱਥੇ ਗੁਰੂ ਸਾਹਿਬ ਦੇ ਨਗਰਾਂ ਨੂੰ ਵਸਾਉਣ ਦਾ ਜਿਹੜਾ ਮੂਲ ਕਾਰਨ ਸੀ ਉਹ ਇਹ ਕਿ ਔਗੁਣਾਂ ਤੋਂ ਰਹਿਤ, ਦੈਵੀ ਗੁਣਾਂ ਵਾਲੀ, ਪਰਮਾਤਮਾ ਦੇ ਸ਼ੁਕਰਾਨੇ ਵਾਲੀ ਜ਼ਿੰਦਗੀ ਜਿਉਣ ਦਾ ਐਸਾ ਢੰਗ ਔਰ ਉਤਸ਼ਾਹ ਅਤੇ ਰੁਚੀ ਪੈਦਾ ਕੀਤੀ ਜਾਵੇ ਲੋਕਾਂ 'ਚ, ਜਿਹਦੇ ਨਾਲ ਉਹ ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ ਦਾ ਜਿਹੜਾ ਉਹ ਪੱਖ ਹੈ ਉਹ ਮੁੱਕੇ। ਉਹਦੀ ਜਗ੍ਹਾ 'ਤੇ
ਉੱਤੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਸੱਚ ਪ੍ਰਗਟ ਹੋਵੇ। ਇਸੇ ਕਰਕੇ ਜਦੋਂ ਕਲਗੀਧਰ ਪਾਤਸ਼ਾਹ ਹਜ਼ੂਰ ਇੱਥੇ ਆਏ, 6 ਸਾਲ ਦੀ ਉਹਨਾਂ ਦੀ ਆਰਜ਼ਾ ਸੀਗੀ। ਸੰਸਾਰਕ ਤੌਰ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਰਿਵਾਰ ਸਮੇਤ ਪੂਜ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪੂਜ ਮਾਤਾ ਜੀ, ਉਹਨਾਂ ਨੂੰ ਪਰਿਵਾਰ ਨੂੰ ਇੱਥੇ ਜਦੋਂ ਬੁਲਾਇਆ, ਤੇ ਇੱਥੇ ਉਸ ਵੇਲੇ ਆਨੰਦ ਦਾ ਮਾਹੌਲ, ਦੈਵੀ ਆਨੰਦ ਦਾ ਮਾਹੌਲ, ਗੁਣਾਂ ਨੂੰ ਗ੍ਰਹਿਣ ਕਰਕੇ ਔਗੁਣਾਂ ਨੂੰ ਤਿਆਗਣ ਦਾ ਮਾਹੌਲ ਬਣਿਆ ਹੋਇਆ ਸੀ, ਜਿਸ ਕਰਕੇ ਇੱਥੇ ਹਰਿਆਵਲ ਤੇ ਆਨੰਦ ਸੀ। ਸਾਹਿਬ ਜੀ ਨੇ ਇਸ ਦਾ ਨਾਮ ਉਸ ਵੇਲੇ ਆਨੰਦਪੁਰ ਰੱਖਿਆ ਜੀ। ਤੋ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਕਿ ਨਗਰ ਤੇ ਵਸਦੇ ਨੇ, ਬਿਲਕੁਲ ਇਮਾਰਤਾਂ ਬਣਦੀਆਂ ਨੇ, ਰੌਣਕ ਮੇਲੇ ਆਉਂਦੇ ਨੇ, ਵਪਾਰ ਚੱਲਦੇ ਨੇ, ਪਰ ਉਹਨਾਂ ਨਗਰਾਂ ਨਾਲੋਂ ਇਹਨਾਂ ਨਗਰਾਂ ਦੇ ਵਸਾਉਣ ਦਾ ਮਕਸਦ ਤੇ ਇਹਨਾਂ ਨਗਰਾਂ ਦੀ ਜਿਹੜੀ ਆਪਾਂ ਕਹਿੰਦੇ ਹਾਂ ਵੀ ਪ੍ਰਾਪਤੀ ਜਿਹੜੀ ਹੈ ਉਹ ਆਏ ਕਿ ਇੱਥੇ ਕੁਦਰਤੀ ਖੂਬਸੂਰਤੀ ਨਾਲ, ਕੁਦਰਤੀ ਸੁੰਦਰਤਾ ਦੇ ਨਾਲ ਜਿਹੜੀ ਦੈਵੀ ਗੁਣਾਂ ਦੀ ਸੁੰਦਰਤਾ ਹੈ, ਸਪਿਰਿਚੁਅਲ ਬਿਊਟੀ ਹੈ ਜਿਹੜੀ, ਉਹ ਨਾਲ ਆਉਂਦੀ ਹੈ। ਇਹੀ ਕਾਰਨ ਹੈ ਕਿ ਇੱਥੇ ਇਸ ਆਨੰਦ ਨੂੰ ਸੰਸਾਰ ਦੇ ਵਿੱਚ ਵੰਡਣ ਲਈ, ਸੰਸਾਰ ਨੂੰ ਇਸ ਆਨੰਦ ਦਾ ਭਾਗੀ ਬਣਾਉਣ ਲਈ ਜਿਹੜੇ ਅਗਿਆਨੀ ਲੋਕ, ਹੰਕਾਰੀ ਲੋਕ, ਔਗੁਣਾਂ ਨਾਲ ਭਰੇ ਹੋਏ ਮੁਤੱਸਬੀ ਲੋਕ, ਉਹਨਾਂ ਨੇ ਗੁਰੂ ਸਾਹਿਬ ਕੋਲੋਂ ਇਸ ਆਨੰਦ ਨੂੰ ਮਾਨਣ ਤੇ ਇਸ ਆਨੰਦ ਨੂੰ ਮਾਨਣ ਦੇ ਭਾਗੀ ਬਣਾਉਣ ਵਾਲਿਆਂ ਦਾ ਇਹ ਸਾਰਾ ਕੁਝ ਦੇਖ ਕੇ ਵਰਤਾਰਾ ਐਸੀ ਈਰਖਾ ਕੀਤੀ, ਇਹਦੀ ਕੀਮਤ ਮੰਗ ਲਈ ਮਹਾਰਾਜ ਕੋਲੋਂ। ਇਹੀ ਆਨੰਦਪੁਰੀ ਹੈ ਜਿੱਥੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੁਨੀਆ ਦੀ ਧਾਰਮਿਕ ਸੁਤੰਤਰਤਾ, ਜ਼ਿੰਦਗੀ ਦੇ ਹਰ ਅਧਿਕਾਰ ਦੀ, ਜਿਉਣ ਦੇ ਅਧਿਕਾਰ ਦੀ ਸੁਤੰਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੇ ਜੀਵਨ ਦੀ ਕੀਮਤ ਦਿੱਤੀ, ਬਲੀਦਾਨ ਦਿੱਤਾ। ਇੱਥੋਂ ਗੁਰੂ ਸਾਹਿਬ ਗਏ ਤੇ ਵਾਪਸੀ ਇੱਥੇ ਉਹਨਾਂ ਦਾ ਸੀਸ ਹੀ ਆਇਆ ਸੀ, ਤੇ ਇਹ ਉਹ ਧਰਤੀ ਬਣ ਗਈ ਜਿੱਥੇ ਜਿਹਨੇ ਆਨੰਦ ਲੈਣਾ ਹੈ ਉਹ ਗੁਰੂ ਨੂੰ ਆਪਣਾ ਸੀਸ ਅਰਪਿਤ ਕਰੇ ਤੇ ਗੁਰੂ ਕੋਲੋਂ ਸਦਾ ਦਾ ਜੀਵਨ ਜਿਉਣ ਦਾ ਆਨੰਦਮਈ ਢੰਗ ਸਿੱਖ ਲਵੇ, ਰਹੱਸ ਸਮਝ ਲਵੇ। ਉਹਦੇ ਵਾਸਤੇ ਫਿਰ ਐਸੀ ਬਖਸ਼ਿਸ਼ ਕਿ ਜੇ ਉਹਨੂੰ ਇਸ ਆਨੰਦ ਦੀ ਕੀਮਤ ਵੀ ਦੇਣੀ ਪਵੇ ਸਰੀਰਕ ਤੌਰ ਤੇ ਉਹਦਾ ਆਨੰਦ ਨਾ ਗਵਾਚੇ, ਸਰੀਰ ਭਾਵੇਂ ਚਲੇ ਜਾਵੇ ਜੀ। ਇਹ ਆਨੰਦਪੁਰੀ ਸੰਦੇਸ਼ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਨਗਰੀ ਨੂੰ ਵਸਾ ਕੇ ਆਪਣੇ ਕਾਰਜਾਂ ਵਿੱਚੋਂ, ਆਪਣੀ ਜੀਵਨ ਜੁਗਤ ਵਿੱਚੋਂ ਤੇ ਆਪਣੇ ਪਰਿਵਾਰ ਦੀ ਜੀਵਨ ਜੁਗਤ ਵਿੱਚੋਂ ਸਾਡੇ ਸਾਹਮਣੇ ਰੱਖਿਆ ਹੈ ਜੀ। ਜਦੋਂ ਆਪਾਂ ਇਹ ਖਿਆਲ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਿਰ ਨੂੰ ਵਸਾਇਆ, ਉਸ ਤੋਂ ਬਾਅਦ ਇਸ ਸ਼ਹਿਰ ਨੇ ਬਹੁਤ ਸਾਰੀਆਂ ਰੌਣਕਾਂ ਵੇਖੀਆਂ, ਸਿੱਖੀ ਸੁਰਤ ਦਾ ਸਭ ਤੋਂ ਉੱਪਰਲਾ ਜਲਾਲ ਵੇਖਿਆ। ਇੱਥੇ ਖਾਲਸੇ ਦੀ ਸਥਾਪਨਾ ਹੋਈ, ਇੱਥੇ ਕਿਲੇ ਬਣੇ, ਇੱਥੇ ਹੋਲਾ ਮਹੱਲਾ ਕੱਢਿਆ ਗਿਆ। ਬਹੁਤ ਸਾਰੀਆਂ ਰੌਣਕਾਂ ਤੋਂ ਬਾਅਦ ਇੱਥੇ ਘੇਰਾ ਪਿਆ। ਘੇਰਾ ਪੈਣ ਤੋਂ ਬਾਅਦ ਇੱਥੋਂ ਪਰਿਵਾਰ ਵਿਛੋੜੇ ਨੂੰ ਅੱਗੇ ਪੂਰਾ ਤਸੱਵਰ ਵਧਿਆ। ਸਰਬੰਸਦਾਨੀ ਨੇ ਆਪਣਾ ਸਰਬੰਸ ਵਾਰਿਆ। ਉਸ ਤੋਂ ਬਾਅਦ ਕਿੰਨੇ ਸਾਲ ਤੱਕ ਇੱਥੇ ਸੁੰਨਮਸਾਨ ਰਹੀ। ਮੁਗਲਾਂ ਨੇ ਇਸ ਸ਼ਹਿਰ ਨੂੰ ਪੂਰਾ ਉਜਾੜ ਕੇ ਰੱਖ ਦਿੱਤਾ। ਦੁਬਾਰਾ ਫਿਰ ਇਹ ਸ਼ਹਿਰ ਵਸਦਾ। ਮਿਸਲਾਂ ਦੇ ਟਾਈਮ ਇੱਥੇ ਹੋਲਾ ਮਹੱਲਾ ਦੁਬਾਰਾ ਕੱਢਣਾ ਸ਼ੁਰੂ ਹੋਇਆ, ਵਿਸਾਖੀ ਮਨਾਉਣੀ ਸ਼ੁਰੂ ਹੋਈ। ਮਹਾਰਾਜਾ ਰਣਜੀਤ ਸਿੰਘ ਹੁਣਾਂ ਕੋਲ ਇਸ ਦਾ ਪੂਰਾ ਕਾਰਜਕਾਲ ਹੁੰਦਾ ਸੀ ਤੇ ਉਹਨੇ ਦਿਨ ਉਹ ਪੂਰਾ ਇਸ ਦਾ ਬੰਦੋਬਸਤ ਵੇਖਦੇ ਸਨ। ਇਹ ਸਾਰੇ ਖਿਆਲ ਦੇ ਅੰਦਰ ਇਹ ਸ਼ਹਿਰ ਨੇ ਕਈ ਕੁਝ ਵੇਖੇ, ਕਈ ਉਤਾਰ ਚੜ੍ਹਾਅ ਵੇਖੇ। ਤੁਸੀਂ ਉਸ ਦੇ ਵਿੱਚ ਕੀ ਵੇਖਦੇ ਹੋ ਕਿ ਕੀ ਅਸੀਂ ਉਸ ਸ਼ਹਿਰ ਨੂੰ, ਜਿਹੜਾ ਸ਼ਹਿਰ ਸਾਡੀ ਸੁਰਤ ਦਾ ਇੱਕ ਅਨਿੱਖੜਵਾਂ ਹਿੱਸਾ ਆ, ਜਿੱਥੋਂ ਖਾਲਸੇ ਦਾ ਜਨਮ ਹੋਇਆ ਆ, ਜਿਹੜੀ ਸਾਡੀ ਪਾਕ ਪਵਿੱਤਰ ਧਰਤੀ ਹੈ, ਜੇ ਸ਼ਹਿਰ ਨੂੰ ਅਸੀਂ ਬਹੁਤ ਸਹੇਜ ਕੇ ਰੱਖ ਸਕਦੇ ਸਾਂ, ਕਿ ਅਸੀਂ ਉਸ ਸ਼ਹਿਰ ਨੂੰ, ਉਸ ਪੂਰੇ ਤਸੱਵਰ ਨੂੰ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹਨੂੰ ਬੈਟਰਫੀਲਡ ਦੇ ਲਿਹਾਜ਼ ਤੋਂ ਵੀ ਵੇਖਿਆ ਹੋਏਗਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸੇ ਤਰ੍ਹਾਂ ਕਿਲਿਆਂ ਦੀ ਉਸਾਰੀ ਵੀ ਕੀਤੀ ਆ। ਇੱਥੋਂ ਦਾ ਜਿਹੜਾ ਜਲ ਜੰਗਲ ਜੀਵਨ ਹੈ ਉਹ ਇਸ ਦੀ ਖੂਬਸੂਰਤੀ ਸੀ, ਇੱਥੋਂ ਦੀ ਟੋਪੋਗ੍ਰਾਫੀ ਇੱਥੋਂ ਦੀ ਖੂਬਸੂਰਤੀ ਸੀ। ਪਰ ਮੈਂ ਇਹ ਵੇਖਦਾ ਕਿ ਹੁਣ ਇੱਥੇ ਕੰਕਰੀਟ ਦੇ ਜੰਗਲ ਵਸੇ ਹੋਏ ਨੇ। ਬਾਗ ਸ਼ਹੀਦਾਂ ਸਾਡੀ ਐਡੀ ਮਹਾਨ ਧਰਤੀ ਆ। ਕੋਈ ਵੀ ਸਾਡਾ ਸਿੰਘ ਜਿਹੜਾ ਜੰਗ ਦੇ ਵਿੱਚ ਸ਼ਹੀਦ ਹੁੰਦਾ ਸੀ ਜਾਂ ਕੋਈ ਵੀ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਸੀ, ਹਰ ਸਿੰਘ ਦਾ ਸੰਸਕਾਰ ਬਾਗ ਸ਼ਹੀਦਾਂ ਦੇ ਵਿੱਚ ਹੁੰਦਾ ਸੀ। ਹੁਣ ਬਾਗ ਸ਼ਹੀਦਾਂ ਵੀ ਉਸ ਤਰ੍ਹਾਂ ਨਹੀਂ ਹੈ। ਕਿਤੇ ਨਾ ਕਿਤੇ ਅਸੀਂ ਕੀ ਉਸ ਸ਼ਹਿਰ ਨੂੰ ਉਸ ਤਰ੍ਹਾਂ ਸਹੇਜ ਕੇ ਰੱਖ ਸਕੇ ਜਾਂ ਨਹੀਂ ਰੱਖ ਸਕੇ, ਕਿਉਂਕਿ ਸਾਡਾ ਇੱਕ ਫਰਜ਼ ਸੀ
ਉਸ ਫਰਜ਼ ਨੂੰ ਸ਼ਾਇਦ ਅਸੀਂ 400 ਸਾਲਾਂ ਤੇ ਜੇ ਮਹਿਸੂਸ ਕਰੀਏ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਸੀਂ ਸ਼ਰਮਸਾਰ ਹੋ ਗਏ ਹਾਂ। ਕੌਮ ਇਸ ਨੂੰ ਕਿਸ ਤਰ੍ਹਾਂ ਬਚਾ ਸਕਦੀ ਹੈ? ਕੌਮ ਇਸ ਸ਼ਰਮ ਤੋਂ ਕਿਵੇਂ ਨਿਕਲ ਸਕਦੀ? ਦੇਖੋ ਮੇਰੇ ਵੀਰ, ਗੱਲ ਇਹ ਹੈ ਭਈ ਗੁਰੂ ਪਾਤਸ਼ਾਹ ਦੇ ਤਖਤ ਦਾ ਚੌਰਪਰਦਾਰ ਰਿਹਾ ਤੇ ਸਿੱਖ ਦੇ ਤੌਰ ਤੇ ਸਾਨੂੰ ਆਗਿਆ ਨਹੀਂ ਹੈ ਨਿਰਾਸ਼ ਹੋਣ ਦੀ। ਨਹੀਂ, ਨਿਰਾਸ਼ ਹੋਣ ਦੀ ਬਿਲਕੁਲ ਆਗਿਆ ਨਹੀਂ, ਪਰ ਇੱਕ ਤਸੱਵਰ ਤੇ ਕਿਤੇ ਨਾ ਕਿਤੇ ਸਵਾਲ ਤੇ ਹੈ ਸਾਡੇ ਕੋਲ। ਬਿਲਕੁਲ, ਇਹ ਸਵਾਲ ਤੁਹਾਡਾ ਜਾਇਜ਼ ਹੈ। ਉਹਦਾ ਕਾਰਨ ਹੈ, ਅਸੀਂ ਸਿੱਖ ਤੋਂ ਪਹਿਲਾਂ ਮਨੁੱਖ ਹਾਂ ਜੀ। ਜੇ ਤੇ ਮਨੁੱਖ ਤੋਂ ਸਿੱਖ ਤੱਕ ਦੀ ਯਾਤਰਾ ਮਨ ਬਚਨ ਕਰਮ ਕਰਕੇ ਸਾਨੂੰ ਦ੍ਰਿੜ ਕਰਨੀ ਆ ਜਾਏ, ਸਾਡੀ ਸੁਰਤ ਦਾ ਹਿੱਸਾ ਬਣ ਜਾਏ, ਚੇਤੇ ਦਾ, ਯਾਦ ਸ਼ਕਤੀ ਦਾ ਹਿੱਸਾ ਬਣ ਜਾਏ, ਫਿਰ ਤੇ ਬਹੁਤ ਕੁਝ ਸੁਖਾਵਾਂ ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ ਉਸ ਨੂੰ ਬਰਕਰਾਰ ਹੀ ਨਹੀਂ ਰੱਖਿਆ ਜਾ ਸਕਦਾ, ਬਲਕਿ ਉਸ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਦੂਜੀਆਂ ਕੌਮਾਂ ਦੇ ਸਾਡੇ ਕੋਲ ਕਾਫੀ ਇਸ ਤਰ੍ਹਾਂ ਦੀਆਂ ਮਿਸਾਲਾਂ ਨੇ, ਭਾਵੇਂ ਯਰੂਸ਼ਲਮ ਹੈ, ਭਾਵੇਂ ਉਹ ਮੱਕਾ ਹੈ, ਭਾਵੇਂ ਉਹ ਵੈਟੀਕਨ ਹੈ। ਜੀ, ਮੇਰਾ ਇਸ਼ਾਰਾ ਉਹੀ ਸੀ। ਅਸੀਂ ਕਰ ਸਕਦੇ ਸੀ, ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੋਇਆ। ਬਾਬਾ ਬੰਦਾ ਸਿੰਘ ਹੋਰਾਂ ਨੇ ਵੀ ਆਪਣੇ ਸਮੇਂ ਤੇ ਯਤਨ ਕੀਤਾ, ਭਾਵੇਂ ਬਹੁਤ ਸੰਖੇਪ ਜਿਹਾ ਹੈ ਉਹਨਾਂ ਦਾ ਸਮਾਂ, ਪਰ ਉਹਨਾਂ ਨੇ ਯਤਨ ਕੀਤੇ। ਦਿੱਲੀ ਬਾਬਾ ਬਘੇਲ ਸਿੰਘ ਹੋਰਾਂ ਨੇ ਫਤਿਹ ਕੀਤੀ ਜਦੋਂ, ਉੱਥੇ ਵੀ ਪਹਿਲਾ ਉਹਨਾਂ ਦਾ ਇਹ ਸੀਗਾ ਕਿ ਗੁਰੂ ਪਾਤਸ਼ਾਹ ਹਜ਼ੂਰ ਨਾਲ ਜੁੜੀਆਂ ਹੋਈਆਂ ਯਾਦਗਾਰਾਂ ਜਿਹੜੀਆਂ ਨੇ ਉਹ ਸੰਸਾਰ ਸਾਹਮਣੇ ਸਤਿਕਾਰ ਭਰੇ ਢੰਗ ਨਾਲ ਪ੍ਰਗਟ ਹੋਣ। ਜੀ, ਇਹ ਵੀ ਆਨੰਦਪੁਰੀ ਜਿਹੜੀ ਹੈ ਸਾਡਾ ਐਸਾ ਸਾਡੀ ਸਾਜਨਾ ਭੂਮੀ ਹੈ, ਸਾਡੇ ਪ੍ਰਗਟ ਹੋਣ ਦੀ ਭੂਮੀ ਹੈ। ਇਸ ਨੂੰ ਅਸੀਂ ਗੁਰਮਤਿ ਜੀਵਨ ਜੁਗਤ ਦੇ ਵਿੱਚ ਦੁਨੀਆ ਦੇ ਨਕਸ਼ੇ ਤੇ ਲਿਆਉਣ ਲਈ ਯਤਨਸ਼ੀਲ ਰਹਿੰਦੇ। ਜਿਵੇਂ 12 ਮਿਸਲਾਂ ਵੇਲੇ ਉਹਨਾਂ ਨੇ ਇਸ ਉਜੜੇ ਪੁਜੜੇ ਖੰਡਰ ਹੋਏ ਸ਼ਹਿਰ ਨੂੰ ਦੁਬਾਰਾ ਵਸਾਉਣ ਦਾ, ਪ੍ਰਫੁੱਲਤ ਕਰਨ ਦਾ ਯਤਨ ਕੀਤਾ। ਅਕਾਲੀ ਫੂਲਾ ਸਿੰਘ ਹੋਰੀ ਵੀ ਇੱਥੇ ਆ ਕੇ ਰਹਿੰਦੇ ਰਹੇ ਨੇ, ਉਹਨਾਂ ਵੇਲੇ ਯਤਨ ਹੋਏ, ਪਰ ਉਸ ਤੋਂ ਬਾਅਦ ਫਿਰ ਬੇਧਿਆਨੀ ਵਿੱਚ ਚਲਾ ਗਿਆ ਇਹ ਨਗਰ ਜਿਹੜਾ ਹੈ। ਸਿੱਖ ਕੌਮ ਨੇ ਇਸ ਅਸਥਾਨ ਨੂੰ ਉਸ ਤਰ੍ਹਾਂ ਦਾ ਪਿਆਰ ਲਗਾਓ ਨਹੀਂ ਦਿੱਤਾ ਜਿਸ ਤਰ੍ਹਾਂ ਦਾ ਦੇਣਾ ਚਾਹੀਦਾ ਸੀ। ਸੰਨ 99 ਦੇ ਵਿੱਚ 300 ਸਾਲਾ ਖਾਲਸਾ ਸਾਜਨਾ ਦਿਵਸ ਵੇਲੇ ਇਸ ਨਗਰ ਨੂੰ ਸੰਸਾਰ ਦੇ ਨਕਸ਼ੇ 'ਤੇ ਲਿਆਉਣ ਲਈ ਫਿਰ ਸੁਪਨੇ ਲਏ ਗਏ। ਮੇਰੀ ਖੁਸ਼ਕਿਸਮਤੀ ਕਿ ਪਾਤਸ਼ਾਹ ਹਜ਼ੂਰ ਨੇ ਉਹਨਾਂ ਸਮਿਆਂ ਦੌਰਾਨ ਇਹ ਸੇਵਾ ਝੋਲੀ ਪਾਈ ਹੋਈ ਸੀਗੀ। ਤਾਂ ਕਿਉਂਕਿ ਸ਼ਬਦ ਦਾ ਸਦਕਾ ਇਸ ਪਦਵੀ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਜਿਹੜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹਦਾ ਸਦਕਾ ਮੈਨੂੰ ਸੰਸਾਰ ਪੱਧਰ 'ਤੇ ਬਾਰੰਬਾਰ ਇੰਟਰਫੇਥ ਕਾਨਫਰੰਸਿਸ ਵਿੱਚ ਜਾਣ ਦਾ ਮੌਕਾ ਮਿਲਿਆ, ਬਖਸ਼ਿਆ। ਤਾਂ ਦੂਜੀਆਂ ਕੌਮਾਂ ਦੇ ਧਾਰਮਿਕ ਆਗੂਆਂ ਨਾਲ ਉਹਨਾਂ ਅਸਥਾਨਾਂ 'ਤੇ ਜਾਣ ਲਈ, ਮਿਲ ਬੈਠਣ ਲਈ ਮੌਕੇ ਮਿਲਦੇ ਰਹੇ। ਉਹਨਾਂ ਦੇ ਬਹੁਤ ਸਾਰੇ ਇਸ ਪੱਖੋਂ ਇਤਿਹਾਸਕ ਉਪਰਾਲੇ ਜਿਹੜੇ ਆਪਣੀ ਵਿਰਾਸਤ ਨੂੰ ਮਾਣ ਭਰਿਆ ਬਣਾਉਣ ਲਈ ਜਾਂ ਸੰਭਾਲਣ ਲਈ, ਪ੍ਰਫੁੱਲਤ ਕਰਨ ਲਈ ਉਹ ਦੇਖੇ, ਤਾਂ ਮਨ 'ਚ ਇਹ ਸੀ ਪਈ ਇਹ ਆਨੰਦਪੁਰੀ ਸਾਡੀ ਸਾਜਨਾ ਭੂਮੀ, ਇਸ ਨੂੰ ਵੀ ਸੰਸਾਰ ਦੇ ਨਕਸ਼ੇ 'ਤੇ ਲਿਆਂਦਾ ਜਾ। ਬਹੁਤ ਸਾਰੇ ਪ੍ਰੋਜੈਕਟ ਉਹ ਲਿਖੇ ਗਏ, ਉਹਨਾਂ ਵਿੱਚੋਂ ਹੀ ਵਿਰਾਸਤ-ਏ ਖਾਲਸਾ ਜੀ ਹੋਂਦ ਵਿੱਚ ਲਿਆਉਣ ਲਈ ਭਈ ਅਸੀਂ ਅਰਦਾਸ ਦੇ ਵਿੱਚ ਜਿਹੜੀ ਦੁਨੀਆ ਭਰ ਦੇ ਵਿੱਚ ਸਾਰੀਆਂ ਕੌਮਾਂ ਭਾਈਚਾਰਿਆਂ ਦੀ ਅਰਦਾਸ ਨਾਲੋਂ ਬਿਲਕੁਲ ਵਿਲੱਖਣ ਹੈ, ਵਿਸਮਾਤੀ ਹੈ। ਔਰ ਉਹਦੇ ਵਿੱਚ ਆਪਣੀ ਮੰਗ ਮੰਗਣ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਇਤਿਹਾਸ ਨੂੰ ਦੁਹਰਾਉਂਦੇ ਹਾਂ, ਇਸ਼ਾਰੇ ਮਾਤਰ, ਸੰਕੇਤ ਮਾਤਰ, ਅਤੇ ਨਾਲੇ ਕਹਿੰਦੇ ਹਾਂ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ। ਹੁਣ ਉਹ ਕਮਾਈ ਜਿਹੜੀ ਸੀ, ਉਸ ਕਮਾਈ ਦਾ ਇਹ ਇੱਕ ਤਰ੍ਹਾਂ ਨਾਲ ਸਿਖਰ ਸੀਗਾ ਆਨੰਦਪੁਰੀ। ਔਰ ਇੱਕ ਗੱਲ ਇੱਥੇ ਹੋਰ ਜਿਹੜੀ ਮੈਂ ਵਿੱਚ ਸ਼ਾਮਲ ਕਰਾਂ ਕਿ ਜਦੋਂ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਨਗਰ ਛੱਡਿਆ ਨਾ,
ਪਿੱਛੋਂ ਉਜਾੜ ਪੁਜਾੜ ਦਿੱਤਾ ਤੇ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਤੇ ਫਿਰ ਹਜ਼ੂਰ ਸਾਹਿਬ ਜਦੋਂ ਜੀਵਨ ਯਾਤਰਾ ਦਾ ਆਖਰੀ ਪੜਾਅ ਹੁੰਦਾ ਉਹਨਾਂ ਦਾ ਸੰਸਾਰ ਦਾ, ਤਾਂ ਇਤਿਹਾਸ ਸਾਨੂੰ ਦੱਸਦਾ ਕਿ ਗੁਰੂ ਸਾਹਿਬ ਬੈਠੇ ਨੇ ਤੇ ਬਚਨ ਕਰਦਿਆਂ ਕਰਦਿਆਂ ਮਹਾਰਾਜ ਠੰਡੀ ਹਵਾ ਚੱਲ ਰਹੀ ਤੇ ਗੁਰੂ ਸਾਹਿਬ ਕਹਿੰਦੇ ਅੱਜ ਅਨੰਦਪੁਰੀ ਵੱਲੋਂ ਹਵਾ ਆ ਰਹੀ ਹੈ। ਸਿੱਖ ਪੁੱਛਦੇ ਹੈ ਮਹਾਰਾਜ ਹੁਣ ਅਨੰਦਪੁਰ ਸਾਹਿਬ ਆਪਾਂ ਕਦੋਂ ਚੱਲਾਂਗੇ? ਬਿਲਕੁਲ। ਉਸ ਵੇਲੇ ਇਤਿਹਾਸ ਨੇ ਉਹ ਬੋਲ ਸੰਭਾਲੇ ਹੋਇਆ ਕਿ ਗੁਰੂ ਸਾਹਿਬ ਨੇ ਆਖਿਆ ਗੜ ਆਨੰਦ ਫੇਰ ਬਸਾਵਾਂਗੇ। ਤਾਂ ਮੇਰੇ ਧਿਆਨ 'ਚ ਸਿੱਖ ਦੇ ਤੌਰ ਤੇ ਇੱਥੇ ਸੇਵਾ ਨਿਭਾਉਂਦੇ ਆ ਮੇਰੇ ਧਿਆਨ ਸੀ ਕਿ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤੇ ਹੋਏ ਨੇ ਕਿ ਗੜ ਆਨੰਦ ਫੇਰ ਬਸਾਵਾਂਗੇ। ਇਹ ਵਸਣਾ ਹੈ ਕਿਉਂਕਿ ਇਹ ਆਨੰਦਪੁਰੀ ਹੈ ਸੰਸਾਰ ਦੀ, ਇਕੱਲੇ ਸਿੱਖਾਂ ਦੀ ਨਹੀਂ, ਸਾਰੇ ਸੰਸਾਰ ਦੀ। ਕਿਉਂਕਿ ਇੱਥੇ ਅਧਿਆਤਮਿਕ ਸੁੰਦਰਤਾ ਵੀ ਹੈ, ਕੁਦਰਤੀ ਸੁੰਦਰਤਾ ਵੀ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਦੂਸਰਿਆਂ ਦੀ ਧਾਰਮਿਕ ਆਜ਼ਾਦੀ, ਦੂਜਿਆਂ ਦੀ ਜ਼ਿੰਦਗੀ ਦੀ ਸੁਤੰਤਰਤਾ ਲਈ, ਅਧਿਕਾਰਾਂ ਲਈ ਇਹ ਕੁਰਬਾਨੀ ਦਾ ਇੱਕ ਲਾਸਾਨੀ ਅਦੁੱਤੀ ਇਤਿਹਾਸ ਜਿਹੜਾ ਮਨੁੱਖਤਾ ਦੇ ਇਤਿਹਾਸ ਵਿੱਚ ਬਿਲਕੁਲ ਨਿਵੇਕਲਾ ਹੈ। ਕਦੀ ਕਿਸੇ ਸਤਪੁਰਸ਼ ਨੇ, ਮਹਾਂਪੁਰਖ ਨੇ, ਗੁਰੂ ਪੀਰ ਪੈਗੰਬਰ ਨੇ ਇਸ ਤਰ੍ਹਾਂ ਦਾ ਕੌਤਕ ਨਹੀਂ ਕੀਤਾ ਆਪਣੇ ਜੀਵਨ 'ਚ। ਆਪਣੀਆਂ ਕੌਮਾਂ ਲਈ, ਆਪਣੇ ਪਰਿਵਾਰਾਂ ਲਈ, ਮਨੁੱਖਤਾ ਲਈ ਬਹੁਤ ਭਲੇ ਕਾਰਜ ਕੀਤੇ, ਬਹੁਤ ਸੁੰਦਰ ਵਿਚਾਰ ਵੀ ਦਿੱਤੇ, ਲੇਕਿਨ ਦੂਜਿਆਂ ਦੀ ਜੀਵਨ ਦੇ ਅਧਿਕਾਰਾਂ ਦੀ ਸੁਤੰਤਰਤਾ ਲਈ ਆਪਣੀ ਕੁਰਬਾਨੀ ਦਿੱਤੀ ਹੋਵੇ, ਜਿਹਦੇ ਪ੍ਰਤੀ ਉਹਨਾਂ ਦਾ ਉਸ ਤਰ੍ਹਾਂ ਦਾ ਲਗਾਓ, ਵਿਸ਼ਵਾਸ ਵੀ ਨਾ ਰਿਹਾ ਹੋਵੇ, ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਖੰਡਨ ਵੀ ਹੋਇਆ ਹੋਵੇ, ਫਿਰ ਵੀ ਉਹਦੇ ਲਈ ਆਪਣਾ ਆਪਾ, ਆਪਣੇ ਪਰਿਵਾਰ ਦਾ ਆਪਾ ਲੇਖੇ ਲਾਉਣਾ, ਇਹ ਇਸ ਆਨੰਦਪੁਰੀ ਦਾ ਇਤਿਹਾਸ ਹੈ ਜੀ। ਇੱਥੇ ਹੀ ਕਲਗੀਧਰ ਪਾਤਸ਼ਾਹ ਨੇ ਆਪਣੇ ਸਮੇਂ 52 ਉਸ ਵੇਲੇ ਦੀ ਜਿਹੜੀ ਵਿਦਵਤਾ ਦੀ ਕਰੀਮ ਸੀ, ਭਾਵੇਂ ਉਹ ਕਿਸੇ ਵੀ ਧਾਰਮਿਕ ਵਿਸ਼ਵਾਸ ਨਾਲ ਜੁੜੇ ਹੋਏ ਸੀਗੇ, ਉਹਨਾਂ ਨੂੰ ਇੱਥੇ ਬਿਠਾਇਆ ਔਰ ਇੰਨੇ ਰੋਜ਼ ਦੇ ਸੰਘਰਸ਼ਮਈ ਜੀਵਨ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰੂ ਉਹਨਾਂ ਨੂੰ ਅਗਵਾਈ ਦਿੰਦੇ ਰਹੇ, ਅਸੀਸਾਂ ਦਿੰਦੇ ਰਹੇ, ਵੱਡੇ ਵੱਡੇ ਇਨਾਮ ਦਿੰਦੇ ਰਹੇ ਤੇ ਉਹਨਾਂ ਕੋਲੋਂ ਸੰਸਾਰ ਦੇ ਮਨੁੱਖਤਾ ਦੇ ਭਲੇ ਲਈ ਲਿਟਰੇਚਰ ਲਿਖਵਾਉਂਦੇ ਰਹੇ, ਰਚਨਾਵਾਂ ਕਰਵਾਉਂਦੇ ਰਹੇ, ਉਹਨਾਂ ਨੂੰ ਮਾਣ ਤਾਣ ਦਿੱਤਾ। ਉਹਨਾਂ ਦੀ ਉਹ ਸੋਚ ਭਾਵੇਂ ਕਿਸੇ ਵੀ ਧਾਰਮਿਕ ਵਿਸ਼ਵਾਸ ਦੇ ਰਾਹੀਂ ਬਣੀ ਹੋਈ ਸੋਚ ਸੀ। ਇਹ ਆਨੰਦਪੁਰੀ ਹੈ ਜਿੱਥੇ ਇਸ ਤਰ੍ਹਾਂ ਦੇ ਕੌਤਕ ਹੋਏ। ਉਹ 52 ਕਵੀਆਂ ਨੂੰ ਇੱਥੇ ਠਾਹਰ ਮਿਲੀ ਔਰ ਦੁਨੀਆ ਭਰ ਦੇ ਇੱਥੇ ਆਉਂਦੇ ਰਹੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਚਲੀਏ, ਜਿੱਥੇ ਨਾ ਕੋਈ ਧਾਰਮਿਕ ਕੱਟੜਤਾ ਹੈ, ਨਾ ਕੋਈ ਮੁਤੱਸਬ ਹੈ, ਤੰਗ ਦਿਲੀ ਹੈ ਤੇ ਨਾ ਹੀ ਬੇਕਦਰੀ ਹੈ ਜੀ, ਬਲਕਿ ਉਹਨਾਂ ਵਰਗਾ ਕਦਰਦਾਨ ਕੋਈ ਨਹੀਂ ਗੁਣ ਦਾ। ਤੇ ਉਹ ਇੱਥੇ ਆ ਕੇ ਵਸੇ ਤੇ ਸਾਹਿਬ ਕੋਲੋਂ ਅਸੀਸਾਂ ਲਈਆਂ। ਇਹ ਆਨੰਦਪੁਰੀ ਨੇ ਇਤਿਹਾਸ ਸਿਰਜਿਆ। ਉਹ ਠੀਕ ਹੈ ਕਿ ਅਸੀਂ ਨਜ਼ਰਅੰਦਾਜ਼ ਕੀਤਾ ਹੋਇਆ ਸੀ, ਪਰ 300 ਸਾਲਾ ਸਾਜਨਾ ਦਿਵਸ ਵੇਲੇ ਫਿਰ ਮੈਂ ਉਸ ਵੇਲੇ ਇਹ ਗੱਲ ਸਮੇਂ ਦੀ ਸਰਕਾਰ ਨੂੰ, ਬਾਦਲ ਹੋਰਾਂ ਨੂੰ ਆਖੀ ਕਿ ਮੇਰੇ ਮਨ 'ਚ ਆ ਸੁਪਨਾ ਹੈ ਕਿ ਅਸੀਂ ਅਰਦਾਸ ਤੇ ਰੋਜ਼ ਕਰਦੇ ਹਾਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਉਹ ਕਮਾਈ ਕਿੱਥੇ ਹੈ? ਦੁਨੀਆ ਨੂੰ, ਇੱਥੋਂ ਤੱਕ ਕਿ ਆਪਣੀ ਪੀੜ੍ਹੀ ਨੂੰ ਵੀ ਅਸੀਂ ਨਹੀਂ ਦੱਸ ਪਾ ਰਹੇ ਹਾਂ ਕਿ ਉਹ ਉਹਨਾਂ ਗੁਰਸਿੱਖਾਂ ਦੀ, ਗੁਰੂ ਸਾਹਿਬਾਨਾਂ ਦੀ ਕਮਾਈ ਹੈ ਕੀ ਹੈ। ਆਪਾਂ ਆਪਣੇ 500 ਸਾਲਾ ਇਤਿਹਾਸ ਨੂੰ ਦੁਨੀਆ ਦੇ ਸਾਹਮਣੇ ਲੇਟੈਸਟ ਟੈਕਨੋਲੋਜੀ 'ਤੇ ਆਧਾਰਿਤ ਕੁਝ ਇਸ ਤਰ੍ਹਾਂ ਦਾ ਪੇਸ਼ ਕਰੀਏ ਇੱਥੇ ਕਿ ਦੁਨੀਆ ਦਾ ਲੇਟੈਸਟ ਮਿਊਜ਼ੀਅਮ ਜਿਹੜਾ ਹੈ ਉਹ ਲੇਟੈਸਟ ਟੈਕਨੋਲੋਜੀ ਬੇਸਡ ਬਣਾਈਏ, ਜਿਹੜਾ ਦੁਨੀਆ ਦੇ ਲਈ ਇੱਕ ਅਜੂਬਾ ਬਣ ਸਕੇ। ਅੱਛਾ, ਉਹ ਹੋਇਆ ਕਿ ਹਾਲਾਂਕਿ ਉਸ ਵੇਲੇ ਮੇਰੀ ਵਿਰੋਧਤਾ ਵੀ ਹੋਈ ਜੀ। ਬਹੁਤ ਸਾਰੇ ਸੱਜਣਾ ਨੇ ਆਖਿਆ ਜੀ ਅੰਮ੍ਰਿਤਸਰ ਸਾਡਾ ਜਿਹੜਾ ਹੈ ਉਹ ਕੇਂਦਰੀ ਸਥਾਨ ਹੈ, ਇੱਥੇ ਕਿਹਨੇ ਆਉਣਾ, ਆਊਟ ਆਫ ਦਾ ਵੇ ਹੈ ਇਹ ਕੀ ਇੱਥੇ ਹੋਏਗਾ, ਕਿਵੇਂ ਕੋਈ ਆਏਗਾ, ਐਵੇਂ ਆਪਾਂ ਇਹਨਾਂ ਕਰੋੜਾਂ ਰੁਪਈਆ ਇੱਥੇ ਲਾ ਦਿਆਂਗੇ ਕਰ ਦੇ। ਪਰ ਮੈਨੂੰ ਅੱਜ ਇਹ ਗੱਲ ਕਹਿਣ ਦੇ ਵਿੱਚ ਗੁਰੂ ਦੇ ਸੇਵਕ ਦੇ ਨਾਤੇ ਸੰਤੁਸ਼ਟੀ ਵੀ ਹੈ, ਮਾਣ ਵੀ ਹੈ ਕਿ ਇਹੀ ਵਿਰਾਸਤੇ ਖਾਲਸਾ, ਹਾਲਾਂਕਿ ਉਹ ਕੁਛ ਅਜੇ ਤੱਕ ਇੱਥੇ ਅਸੀਂ ਦਿਖਾ ਨਹੀਂ ਪਾਏ ਹਾਂ ਜੋ ਕੁਛ ਸਾਡਾ 500 ਸਾਲਾ ਇਤਿਹਾਸ ਹੈ, ਜਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਸਿੱਖਾਂ ਦਾ 300 ਸਾਲ ਦਾ ਇਤਿਹਾਸ ਹੈ ਹੁਣ ਤੱਕ ਦਾ।
ਉਸ ਨੂੰ ਨਹੀਂ ਦਿਖਾ ਸਕੇ, ਪਰ ਫਿਰ ਵੀ ਜੋ ਕੁਝ ਇੱਥੇ ਦਿਖਾਇਆ ਗਿਆ ਇਸ ਦੇ ਆਧਾਰ ਤੇ ਅੱਜ ਇਹ ਵਰਲਡ ਆਫ ਰਿਕਾਰਡਸ ਦੇ ਵਿੱਚ ਇਹ ਮਿਊਜ਼ੀਅਮ ਆ ਗਿਆ ਕਿ ਮੋਸਟ ਵਿਜ਼ਿਟਡ ਮਿਊਜ਼ੀਅਮ ਆਫ ਏਸ਼ੀਆ ਇਹ ਬਣ ਗਿਆ। ਮਿਊਜ਼ੀਅਮ ਨੂੰ ਵੇਖਣ ਦਾ ਇਹ ਕਲਚਰ ਇਹ ਜਿਹੜੀ ਹੋਰ ਮੈਂ ਇੱਥੇ ਤੁਹਾਨੂੰ ਦੱਸਦਾ ਨਾ ਕਿ ਇਸ ਆਨੰਦਪੁਰੀ ਨੂੰ ਅਜੇ ਹੋਰ ਪ੍ਰਫੁੱਲਤ ਹੁੰਦਾ ਦੇਖਣ ਦਾ ਮੇਰਾ ਸੁਪਨਾ। ਮੈਨੂੰ ਨਹੀਂ ਪਤਾ ਕਿੰਨੇ ਸਵਾਸ ਬਾਕੀ ਨੇ, ਕਿੰਨੇ ਸਮਰੱਥ, ਬੜੇ ਪ੍ਰੋਜੈਕਟ ਪਏ ਨੇ ਜਿਹੜੇ ਅਧੂਰੇ ਪਏ ਨੇ। ਮੇਰਾ ਇਹ ਸੀਗਾ ਇੱਥੇ ਹੁਣ ਜਿਹੜੀਆਂ ਬੂਟੀਆਂ ਨੇ, ਮੈਂ WWF ਕੋਲੋਂ ਤੇ ਹਮਦਰਦ ਯੂਨੀਵਰਸਿਟੀ ਦੇ ਆਪਣੇ ਪਿਆਰ ਵਾਲੇ ਸੱਜਣਾ ਕੋਲੋਂ ਇਹਦਾ ਸਰਵੇ ਕਰਵਾਇਆ ਜੀ। 87 ਕਿਸਮ ਦੀਆਂ ਦੁਰਲੱਭ ਜੜੀਆਂ ਬੂਟੀਆਂ ਜਿਸ ਤਰ੍ਹਾਂ ਦੀਆਂ ਚਾਈਨਾ ਵਰਗਿਆਂ ਕੋਲ ਨੇ, ਹੋਰ ਉੱਪਰ ਹਿਮਾਲਿਆ 'ਚ ਨੇ, ਇੱਥੇ ਔਰ ਸਦੀਆਂ ਤੋਂ ਖਤਮ ਹੋ ਰਹੀਆਂ। ਤੇ ਮੈਂ ਉਹਨਾਂ ਨੂੰ ਇਹ ਪ੍ਰੋਜੈਕਟ ਬਣਾ ਕੇ ਦਿੱਤਾ ਵੀ ਇਹਨੂੰ ਸੰਭਾਲ ਲਈਏ। ਇਹ ਪਛੜਿਆ ਇਲਾਕਾ ਹੈ। ਜੇ ਇਹ ਜੜੀਆਂ ਬੂਟੀਆਂ ਅਸੀਂ ਇੱਥੋਂ ਦੇ ਲੋਕਾਂ ਨੂੰ ਐਜੂਕੇਟ ਕਰਕੇ, ਐਨਕਰੇਜ ਕਰਕੇ ਇੱਥੇ ਵਿਕਸਿਤ ਕਰਵਾਈਏ, ਉਹਨਾਂ ਕੋਲੋਂ ਉਹਦੀ ਖੇਤੀ ਕਰਵਾਈਏ, ਇਸ ਸੰਸਾਰ ਦਾ ਜੜੀਆਂ ਬੂਟੀਆਂ ਦਾ ਇੱਕ ਐਸਾ ਵਪਾਰਕ ਕੇਂਦਰ ਬਣ ਸਕਦਾ ਜਿਹਦੇ ਨਾਲ ਇਹਨਾਂ ਲੋਕਾਂ ਦੀ ਵੀ ਗਰੀਬੀ ਕੱਟੀ ਜਾਏਗੀ। ਆਨੰਦਪੁਰ ਸਾਹਿਬ ਸੰਸਾਰ ਦੇ ਨਕਸ਼ੇ ਤੇ ਆ ਜਾਏਗਾ ਔਰ ਤੁਹਾਨੂੰ ਬੈਠਿਆਂ ਬਿਠਾਇਆਂ ਨਿਰੰਤਰ ਰੈਵਨਿਊ ਵੀ ਆਏਗਾ ਔਰ ਲੋਕੀ ਇਸ ਆਨੰਦਪੁਰੀ ਦੇ ਉਹ ਜਿਹੜੇ ਮਹਾਰਾਜ ਨੇ ਸੁਪਨੇ ਲਏ ਸੀਗੇ ਉਹ ਵੀ ਵਿਕਸਿਤ ਹੁੰਦੇ, ਸੱਚ ਹੁੰਦੇ ਨਜ਼ਰ ਆਉਣਗੇ। ਪਰ ਦੇਖੋ ਕੀ ਬਣਦਾ। ਪਰ ਮੈਂ ਇਹ ਸੋਚਦਾ ਹਾਂ ਕਿ ਮਿਊਜ਼ੀਅਮ ਦਾ ਹੋਣਾ ਬਹੁਤ ਖੂਬਸੂਰਤ ਹੈ ਅਤੇ ਇਹ ਕਿਤੇ ਨਾ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਢੰਗ ਦੇ ਨਾਲ ਜਾਗਰੂਕ ਕਰਦਾ, ਸਿੱਖਿਅਤ ਕਰਦਾ। ਜਾਂ ਮਿਊਜ਼ੀਅਮ ਨੂੰ ਵੇਖਣ ਦਾ ਸ਼ਾਇਦ ਸਾਡੇ ਉਸ ਤਰ੍ਹਾਂ ਦਾ ਹਜੇ ਕਲਚਰ ਡਿਵੈਲਪ ਨਹੀਂ ਹੋਇਆ, ਪਰ ਚੇਤਨ ਤੌਰ ਤੇ ਬਹੁਤ ਸਾਰੀਆਂ ਉਦਾਹਰਨਾਂ ਨੇ। ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਤੇ ਮੈਨੂੰ ਲੱਗਦਾ ਕਿ ਪਤਾ ਨਹੀਂ ਅਸੀਂ ਗਾਏ ਬਗਾਹੇ ਗਲਤੀ ਕਰ ਜਾਂਦੇ ਹਾਂ ਜਾਂ ਅਸੀਂ ਉਸ ਢੰਗ ਦਾ ਤਸੱਵਰ ਨਹੀਂ ਕਰ ਪਾਉਂਦੇ। ਜਿਸ ਤਰ੍ਹਾਂ ਮੈਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ, ਉਸ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਅਗਲਾ ਖਿਆਲ ਦਿੱਤਾ, ਉਹ ਸਾਡੀ ਚੇਤਨਾ ਦਾ ਇੱਕ ਬਹੁਤ ਸ਼ਾਹਕਾਰ ਤਸੱਵਰ ਹੈ। ਪਰ ਹੁੰਦਾ ਕੀ ਹੈ ਕਿ ਜਦੋਂ ਮਿਸਲਾਂ ਦਾ ਦੌਰ ਆਇਆ, ਉਸ ਵਕਤ ਮਾਲਵਾ ਰਿਆਸਤ ਦੇ ਅਧੀਨ ਸੀ ਅਨੰਦਪੁਰ ਸਾਹਿਬ, ਇਹ ਅੰਗਰੇਜ਼ਾਂ ਦੇ ਅਧੀਨ ਆ ਗਿਆ। ਪਰ ਜਦੋਂ ਇੱਥੇ ਕਿਸੇ ਪਾਦਰੀ ਨੂੰ ਕਿਸੇ ਸਿੰਘ ਨੇ ਗਲਤ ਪ੍ਰਚਾਰ ਕਰਨ ਕਰਕੇ ਝਟਕਾ ਕੇ ਅਕਾਲੀ ਫੂਲਾ ਸਿੰਘ ਦੇ ਕੋਲ ਪੇਸ਼ ਹੋ ਗਏ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਦੋਂ ਅਕਾਲੀ ਫੂਲਾ ਸਿੰਘ ਤੇ ਕਾਰਵਾਈ ਕਰਨੀ ਚਾਹੀ ਤੇ ਮਾਲਵੇ ਦੀ ਰਿਆਸਤ ਦੇ ਰਾਜਿਆਂ ਨੇ ਸਮਝਾਇਆ ਕਿ ਅਕਾਲੀ ਫੂਲਾ ਸਿੰਘ ਤੇ ਤੁਸੀਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ, ਅਨੰਦਪੁਰ ਸਾਹਿਬ ਨੂੰ ਲੈ ਕੇ ਤੁਸੀਂ ਚੀਜ਼ਾਂ ਨੂੰ ਸਮਝੋ। ਉਸ ਵਕਤ ਅੰਗਰੇਜ਼ਾਂ ਨੇ ਸਮਝਿਆ ਤੇ ਫਿਰ ਜਦੋਂ ਵੀ ਹੋਲਾ ਮਹੱਲਾ ਹੁੰਦਾ ਸੀ ਤੇ ਉਹ ਆਪਣੀ ਸਾਰੀ ਛਾਉਣੀ ਰੋਪੜ ਲੈ ਜਾਂਦੇ ਸੀ ਤੇ ਇਸ ਦਾ ਸਾਰਾ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਕੋਲ ਆਉਂਦਾ ਸੀ ਤੇ ਇਸ ਤਰ੍ਹਾਂ ਸਿੱਖ ਹੋਲਾ ਮਹੱਲਾ ਨੂੰ ਇੱਥੇ ਮਨਾਉਂਦੇ ਰਹੇ ਨੇ। ਤੇ ਇੱਕ ਪਾਸੇ ਉਹ ਹੈ ਜਿਹੜਾ ਇੱਕ ਸ਼ਿੱਦਤ ਸੀ ਸਿੱਖਾਂ ਕੋਲ ਅਨੰਦਪੁਰ ਸਾਹਿਬ ਨੂੰ ਲੈ ਕੇ, ਇੱਕ ਜਜ਼ਬਾਤੀ ਬਹੁਤ ਇੱਕ ਸ਼ਰਧਾ ਸੀ ਜਿਸ ਦੇ ਉੱਤੇ ਉਹ ਪਹਿਰਾ ਦਿੰਦੇ ਸਨ, ਉਹਨੂੰ ਬਚਾਉਂਦੇ ਸਨ। ਜਦੋਂ ਇੱਥੇ ਕੋਈ ਚਾਹ ਦੀ ਪੱਤੀ ਤੱਕ ਵੇਚ ਰਿਹਾ ਸੀ ਤੇ ਅੰਗਰੇਜ਼ ਉਹ ਝਟਕਾ ਦਿੱਤਾ। ਤੇ ਇੱਕ ਪਾਸੇ ਸਾਡੀ ਹੀ ਕੌਮ ਦੇ ਸਨਮਾਨਿਤ ਸੰਤ ਕਦੀ ਕਦੀ ਇਹ ਵੀ ਐਲਾਨ ਕਰ ਦਿੰਦੇ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦਾ ਦਰਜਾ ਦੇ ਦਿਓ। ਇਹ ਚੇਤਨ ਤੌਰ ਤੇ ਹਾਸੋਹੀਣੀ ਗੱਲਾਂ ਹੋ ਜਾਂਦੀਆਂ। ਦੂਸਰੀ ਉਦਾਹਰਨ ਹੈ ਕਿ ਸਾਡੇ ਕੋਲ ਵਿਰਾਸਤ-ਏ ਖਾਲਸਾ ਹੈਗਾ, ਠੀਕ ਹੈ, ਪਰ ਉਸ ਦੇ ਅੰਦਰ ਲਾਲਾ ਲਾਜਪਤ ਰਾਏ ਦੀ ਪ੍ਰਦਰਸ਼ਨੀ ਵੀ ਦਿਖਾਈ ਜਾਣੀ, ਉਹ ਵੀ ਇੱਕ ਹਾਸੋਹੀਣਾ ਤੇ ਹੈ ਆ। ਕਿਉਂਕਿ ਜਦੋਂ ਅਸੀਂ ਵਿਰਾਸਤ-ਏ ਖਾਲਸਾ ਦੇ ਨੁਕਤੇ ਤੋਂ ਗੱਲ ਕਰਾਂਗੇ ਫਿਰ ਲਾਲਾ ਲਾਜਪਤ ਰਾਏ ਦੀ ਸ਼ਮੂਲੀਅਤ ਉੱਥੇ ਕਿਤੇ ਨਾ ਕਿਤੇ ਬਚਕਾਣੀ ਲੱਗਦੀ ਹੈ, ਕਿਉਂਕਿ ਉਹਨਾਂ ਦਾ ਜੋ ਇਤਿਹਾਸ ਹੈ ਜਾਂ ਉਹਨਾਂ ਦੇ ਜੋ ਟਾਈਮ ਲਾਈਨ ਹੈ ਉਹ ਕਿਸੇ ਹੋਰ ਜਗ੍ਹਾ ਢੁਕਵੀਂ ਹੋ ਸਕਦੀ ਹੈ, ਵਿਰਾਸਤ-ਏ ਖਾਲਸਾ ਦੇ ਅੰਦਰ ਢੁਕਵੀਂ ਨਹੀਂ ਹੋ ਸਕਦੀ। ਸੋ ਇਸ ਤਰ੍ਹਾਂ ਦੀ ਕਈ ਗੱਲਾਂ ਨੇ। ਜਲ ਜੰਗਲ ਜੀਵਨ ਜੋ ਅਨੰਦਪੁਰ ਸਾਹਿਬ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਸੀ ਉਹ ਇੱਥੇ ਹੁਣ ਨਹੀਂ ਹੈ। ਹੁਣ ਇੱਥੇ ਅਨੰਦਪੁਰ ਸਾਹਿਬ ਇੱਕ ਇਹ ਵੀ ਜਾਣਿਆ ਜਾਂਦਾ ਜੋ ਮੰਦਭਾਗਾ ਆ, ਠੀਕ ਹੈ, ਦੁਨਿਆਵੀ ਪੱਧਰ ਤੇ ਹੈਗਾ, ਪਰ ਬਹੁਤ ਸਾਰੇ ਬੰਦੇ ਇਹਨੂੰ ਇਸ ਤਰ੍ਹਾਂ ਸਟੱਡੀ ਕਰ ਰਹੇ ਨੇ, ਇਸ ਤਰ੍ਹਾਂ ਚਰਚਾ ਕਰ ਰਹੇ ਨੇ ਕਿ ਇਹ ਪ੍ਰੇਮ ਸਿੰਘ ਚੰਦੂ ਮਾਜਰਾ ਬਨਾਮ ਅੰਬਿਕਾ ਸੋਨੀ ਦਾ ਬੈਟਲ ਗਰਾਊਂਡ ਹੈ। ਕਿਤੇ ਨਾ ਕਿਤੇ ਮੰਦਭਾਗਾ ਤੇ ਹੈ। ਦੇਖੋ ਵੀਰ, ਇਸ ਤਰ੍ਹਾਂ ਹੈ ਕਿ ਮੈਂ ਇਸ਼ਾਰੇ ਮਾਤਰ ਜਦੋਂ ਵਿਰਾਸਤ-ਏ ਖਾਲਸਾ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਇਹ ਇਸ਼ਾਰੇ ਮਾਤਰ ਗੱਲ ਕੀਤੀ, ਤੁਸੀਂ ਉਸ ਨੂੰ ਵਿਸਥਾਰ ਵਿੱਚ ਲੈ ਲਿਆ ਕਿ ਮੈਂ ਉਸ ਤਰ੍ਹਾਂ ਜਿਸ ਤਰ੍ਹਾਂ ਤਸੱਵਰ ਕੀਤਾ ਸੀਗਾ ਉਸ ਤਰ੍ਹਾਂ ਨਹੀਂ ਹੋ ਸਕਿਆ। ਗੁਰੂ ਬਖਸ਼ਿਸ਼ ਕਰਨਗੇ ਬਹੁਤ ਕੁਛ। ਜਦੋਂ
ਵਪਾਰਕ ਬਿਰਤੀ ਦਾ ਜਾਂ ਅਨੈਤਿਕ ਰਾਜਨੀਤਿਕ ਬਿਰਤੀ ਦਾ ਸ਼ਿਕਾਰ ਹੁੰਦੀਆਂ ਨਾ ਗੱਲਾਂ, ਤਾਂ ਧਾਰਮਿਕ ਜੀਵਨ ਜੁਗਤ ਵੀ, ਧਾਰਮਿਕ ਵਿਸ਼ਵਾਸਾਂ ਵਾਲੇ ਭਾਈਚਾਰੇ ਕੌਮਾਂ ਵੀ ਜਿਹੜੀਆਂ ਨੇ ਉਹਦੀ ਲਪੇਟ ਵਿੱਚ ਆ ਜਾਂਦੀਆਂ ਹੁੰਦੀਆਂ ਨੇ। ਬਿਲਕੁਲ। ਉਹ ਅਵੇਸਲਾਪਣ ਜਿਹੜਾ ਨਾ ਸਾਡੇ ਜੀਵਨ ਜੁਗਤ ਦਾ ਬਹੁਤ ਜਿਹੜਾ ਸੁੱਚਾਪਣ, ਕੁਆਰਾਪਣ ਹੁੰਦਾ ਹੈ, ਉਸ ਨੂੰ ਵੀ ਪ੍ਰਭਾਵਿਤ ਕਰ ਦਿੰਦਾ ਹੈ। ਲੇਕਿਨ ਜੇ ਉਹ ਸਮਾਂ ਨਹੀਂ ਰਿਹਾ ਤੇ ਮੇਰਾ ਵਿਸ਼ਵਾਸ ਹੈ ਇਹ ਵੀ ਨਹੀਂ ਰਹਿਣਾ। ਬਿਲਕੁਲ। ਇੱਥੇ ਅਣਗਿਣਤ ਗੁਰੂ ਦੇ ਪਿਆਰਿਆਂ, ਸ਼ਰਧਾਲੂਆਂ, ਈਵਨ ਗੈਰ ਸਿੱਖ ਜਿਹੜੇ ਨੇ, ਉਹਨਾਂ ਦੀ ਭਜਨ ਬੰਦਗੀ, ਉਹਨਾਂ ਦਾ ਸਿਮਰਨ ਇੱਥੇ ਬੈਠ ਕੇ ਕੀਤਾ ਹੋਇਆ। ਗੁਰੂ ਦੇ ਪਿਆਰ ਵਿੱਚ ਆਪਣੇ ਜੀਵਨ ਦੀਆਂ ਕੁਰਬਾਨੀਆਂ, ਪਰਿਵਾਰਾਂ ਦੇ ਪਰਿਵਾਰ ਇੱਥੇ ਲੇਖੇ ਲੱਗੇ ਹੋਏ ਨੇ। ਇਹ ਧਰਤੀ ਦਾ ਚੱਪਾ ਚੱਪਾ ਜਿਹੜਾ ਨਾ ਸਿਮਰਨ ਤੇ ਸ਼ਹੀਦੀ ਦੀ ਦਾਸਤਾਨ ਹੈ, ਤੇ ਉਹ ਕਦੀ ਅਜਾਈ ਨਹੀਂ ਜਾਣੀ। ਅੱਜ ਵੀ ਮੇਰੇ ਕੋਲ ਇੱਥੇ ਗੈਰ ਸਿੱਖ ਆਉਂਦੇ ਨੇ, ਉਹ ਇਸ ਅਨੰਦਪੁਰੀ ਦੀ ਧਰਤੀ 'ਚੋਂ ਕੁਛ ਉਹ ਅਧਿਆਤਮਿਕ ਤਰੰਗਾਂ ਮਹਿਸੂਸ ਕਰਦੇ ਨੇ। ਭਈ ਜੋ ਇੱਥੇ ਆ ਕੇ ਮਹਿਸੂਸ ਹੁੰਦਾ ਹੈ, ਮੈਂ 30 ਸਾਲ ਹੋ ਗਏ ਨੇ, ਮੇਰੇ ਜੀਵਨ ਦੇ 31 ਸਾਲ ਲੰਘ ਚਲੇ, ਤੇ ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਸਿੱਖਾਂ ਨੂੰ ਹੀ ਨਹੀਂ, ਗੈਰ ਸਿੱਖਾਂ ਨੂੰ ਵੀ ਇਸ ਧਰਤੀ ਦੀ ਜਿਹੜੀ ਰੂਹਾਨੀ ਕਸ਼ਿਸ਼ ਹੈ ਉਸ ਨੂੰ ਮਾਣਦਿਆਂ ਦੇਖਿਆ। ਉਹਨਾਂ ਨੂੰ ਉਸ ਰੂਹਾਨੀ ਸੰਤੁਸ਼ਟੀ ਵਿੱਚ ਹੰਝੂ ਕੇਰਦੇ ਵੀ ਦੇਖਿਆ ਜੀ। ਔਰ ਇਸ ਤਰ੍ਹਾਂ ਵੀ ਕਹਿੰਦਿਆਂ ਸੁਣਿਆ ਕਿ ਇਸ ਧਰਤੀ ਨਾਲ ਸਾਨੂੰ ਲੱਗਦਾ ਹੈ ਕਿ ਸਾਡੇ ਪਿਛਲੇ ਜਨਮਾਂ ਦੇ ਕੋਈ ਰਿਸ਼ਤੇ ਨਾਤੇ ਹੈ। ਐਵੇਂ ਨਹੀਂ ਅਸੀਂ ਇੱਥੇ ਆਏ। ਇੱਕ ਵਾਰੀ ਨਹੀਂ, ਅਣਗਿਣਤ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਮੇਰੇ ਜੀਵਨ ਵਿੱਚ ਮੈਨੂੰ ਵੀ ਭਾਵੁਕ ਕਰਨ ਵਾਲੀਆਂ ਇੱਥੇ ਵਾਪਰੀਆਂ ਨੇ। ਤੇ ਮੇਰਾ ਵਿਸ਼ਵਾਸ ਹੈ ਕਿ ਇਸ ਅਨੰਦਪੁਰੀ ਨੇ ਸਿੱਖ ਕੌਮ ਨੂੰ ਫੇਰ ਝੰਜੋੜਨਾ ਤੇ ਹੈ ਜੀ। ਔਰ ਗੁਰੂ ਪਾਤਸ਼ਾਹ ਹਜ਼ੂਰ ਦਾ ਉਹ ਜਿਹੜਾ ਸੁਪਨਾ ਹੈ ਕਿ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਇਹਨੇ ਇਸ ਦੀ ਹਰਿਆਵਲ ਨੇ ਫੇਰ ਪ੍ਰਫੁੱਲਤ ਹੋਣਾ। ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ ਕਿ ਸਾਡੇ ਮਿਊਜ਼ੀਅਮ 'ਚ ਇਸ ਤਰ੍ਹਾਂ ਕਰਤਾ, ਉਸ ਤਰ੍ਹਾਂ ਕਰਤਾ, ਇਹ ਸਾਡੀ ਰਾਜਨੀਤਿਕ ਖੁਦਗਰਜ਼ੀ, ਮੌਕਾ ਪ੍ਰਸਤੀ, ਜਾਂ ਆਪਣੇ ਗੁਰੂ ਦੇ ਉਹਨਾਂ ਸੁੱਚੇ ਸੁਪਨਿਆਂ ਦੇ ਵੱਲ ਦਿਖਾਈ ਹੋਈ ਪਿੱਠ ਜਾਂ ਅਵੇਸਲਾਪਣ ਹੈ। ਲੇਕਿਨ ਇਹ ਕਿਸੇ ਵੇਲੇ ਨਹੀਂ ਸੀ। ਜਦੋਂ 12 ਮਿਸਲਾਂ ਵਾਲੇ ਸੱਜਣ ਇੱਥੇ ਆਉਂਦੇ ਰਹੇ ਨੇ, ਸਾਡੇ ਪੁਰਖੇ, ਜਾਂ ਅਕਾਲੀ ਫੂਲਾ ਸਿੰਘ ਹੋਰਾਂ ਵਰਗੇ, ਉਹਨਾਂ ਦੇ ਵੇਲੇ ਤੇ ਨਹੀਂ ਸੀ ਇਹ, ਅੱਜ ਹੈਗਾ। ਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇਸ ਤਰ੍ਹਾਂ ਦੀ ਰਾਜਨੀਤਿਕ ਗੰਧਲੇਪਣ ਵਾਲੀ ਫੇਰ ਸੋਚ ਰਹਿ ਜਾਏ। ਨਹੀਂ, ਜੇ ਤੁਹਾਡੇ ਅੰਦਰ ਇਸ ਤਰ੍ਹਾਂ ਦੀ ਹੂਕ ਉੱਠ ਸਕਦੀ ਹੈ ਕਿ ਇਹ ਅਨੰਦਪੁਰੀ ਸਾਹਿਬ ਦੇ ਵਿੱਚ ਉਹ ਨਹੀਂ ਦੇਖਣ ਨੂੰ ਮਿਲ ਰਿਹਾ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੰਦੇਸ਼ ਵਿੱਚੋਂ ਸਾਨੂੰ ਲੱਭਦਾ ਹੈ, ਤਾਂ ਕਿਸੇ ਵੇਲੇ ਤੇ ਲੱਭਦਾ ਹੀ ਰਿਹਾ ਨਾ। ਬਿਲਕੁਲ। ਅੱਜ ਜੇ ਨਹੀਂ ਹੈ ਤੇ ਕੱਲ੍ਹ ਨੂੰ ਤੁਹਾਡੀ ਪੀੜ੍ਹੀ, ਤੁਹਾਡੇ ਤੋਂ ਬਾਅਦ ਦੀ ਪੀੜ੍ਹੀ, ਇਹ ਕਿੱਦਾਂ ਹੋ ਸਕਦਾ ਕਿ ਇਹ ਸਾਰਾ ਕੁਛ ਅਜਾਈਂ ਚਲੇ ਜਾਏ। ਤੇ ਮਹਾਰਾਜ ਦੇ ਜਿਹੜੇ ਬਚਨ ਨੇ, ਸਾਧ-ਪੁਰਖ ਤੇ ਅਟਲਾਦਾ ਹੈ ਹਮੇਸ਼ਾ ਹੀ, ਗੜ ਆਨੰਦ ਫੇਰ ਬਸਾਵਾਂਗੇ। ਤੇ ਉਹ ਬਸਾਵਾਂਗੇ ਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਬਿਲਡਿੰਗਾਂ ਫੇਰ ਬਣ ਜਾਣਗੀਆਂ ਜੀ, ਨਹੀਂ। ਉਹ ਅਨੰਦਪੁਰੀ ਦਾ ਜੋ ਸੁੱਚਾ ਜਿਹਾ ਅਧਿਆਤਮਿਕ ਸੁਪਨਾ ਪਾਤਸ਼ਾਹ ਹਜ਼ੂਰ ਨੇ ਲਿਆ ਸੀਗਾ, ਜਿੱਥੇ ਵਿਕਾਰੀ ਬਿਰਤੀਆਂ ਵਾਲੇ ਮਨੁੱਖਾਂ ਤੋਂ ਹੀ ਸੁਰੱਖਿਆ ਦੇਣ ਵਾਸਤੇ ਮਹਾਰਾਜ ਨੇ ਨਹੀਂ ਸੀ ਵਸਾਇਆ, ਵਿਕਾਰੀ ਬਿਰਤੀਆਂ ਤੋਂ ਵੀ ਸੁਰੱਖਿਆ ਦੇਣ ਵਾਸਤੇ, ਜਿੱਦਾਂ ਮੈਖੇ ਚੌਧਰੀ ਦੀ ਉਹ ਰਾਖਸ਼ੀ ਬਿਰਤੀ ਤੋਂ ਮਹਾਰਾਜ ਨੇ ਇੱਥੇ ਬਚਾਇਆ ਸੀਗਾ ਲੋਕਾਂ ਨੂੰ, ਇੱਦਾਂ ਹੀ ਸਾਡੇ ਅੰਦਰ ਦਾ ਜਿਹੜਾ ਮੈਖਾ ਚੌਧਰੀ ਹੈ, ਹਰ ਇੱਕ ਦੇ ਅੰਦਰ ਘੱਟ ਜਾਂ ਵੱਧ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੂਪ ਵਿੱਚ, ਈਰਖਾ, ਦਵੈਸ਼ ਦੇ ਰੂਪ ਵਿੱਚ, ਜਿਹੜਾ ਸਾਨੂੰ ਵੀ ਦੁਖੀ ਕਰਦਾ ਹੈ ਤੇ ਸਾਡੇ ਵਰਤੋਂ ਵਿਹਾਰ ਨਾਲ ਦੂਜਿਆਂ ਨੂੰ ਵੀ ਦੁਖੀ ਕਰਦਾ ਹੈ, ਉਸ ਮੈਖੇ ਦੈਂਤ ਨੂੰ ਪਾਤਸ਼ਾਹ ਨੇ ਬਾਣੀ ਦੇ ਜਲਾਓ ਨਾਲ ਆਪਣੇ ਸਿਮਰਨ ਭਜਨ ਦੀ ਕਮਾਈ ਜਿਹੜੀ ਆਪ ਕੀਤੀ ਤੇ ਦੂਜੇ ਆਪਣੀ ਸ਼ਰਨ ਵਿੱਚ ਆਉਣ ਵਾਲਿਆਂ ਕੋਲੋਂ ਕਰਵਾਈ। ਇਸ ਵਾਯੂਮੰਡਲ ਦੇ ਵਿੱਚ ਅੱਜ ਵੀ ਹੈ, ਉਹ ਤੂੰ ਹੀ ਦੀਆਂ ਧੁਨੀਆਂ ਅੱਜ ਵੀ ਨੇ। ਨਹੀਂ, ਉਹ ਸੰਗਤ ਤਾਂ ਬਹੁਤ ਕਮਾਲ ਦੀ ਹੋਏਗੀ।
ਔਰ ਆਉਂਦੇ ਨੇ ਜਦੋਂ ਰੁੱਖੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਕਸ਼ਮੀਰੀ ਪੰਡਤ ਆਏ, ਉਹ ਇਸੇ ਧਰਤੀ ਤੇ ਆਏ ਤੇ ਅੱਜ ਵੀ ਆਏ, ਉਹ 300 ਸਾਲਾਂ ਵੇਲੇ ਵੀ ਆਏ। ਇਕੱਲਾ ਮਨੁੱਖੀ ਅਧਿਕਾਰਾਂ ਦਾ ਮਸਲਾ ਕਸ਼ਮੀਰੀ ਪੰਡਤਾਂ ਦਾ ਨਹੀਂ ਸੀ, ਉਹ ਸਾਰੇ ਜੇ ਉਹਨਾਂ ਦੀ ਥਾਂ ਸ਼ਾਇਦ ਮੁਸਲਮਾਨ ਪੀੜਤ ਆ ਜਾਂਦੇ, ਕੋਈ ਵੀ ਉਹਨਾਂ ਲਈ ਵੀ ਉਹ ਖੜੇ ਔਰ ਫਿਰ ਹੋ ਜਾਂਦੇ। ਇੱਕ ਵਾਰੀ ਨਹੀਂ ਹੋਇਆ, ਕਿੰਨੀ ਵਾਰੀ ਇਹ ਕੁਝ ਹੁੰਦਾ ਰਿਹਾ। ਗੁਰੂ ਤੇਗ ਬਹਾਦਰ ਪਾਤਸ਼ਾਹ ਹਜ਼ੂਰ ਤੋਂ ਬਾਅਦ ਵੀ ਜੀ ਕਿੰਨੇ ਪਰਿਵਾਰਾਂ ਦੀਆਂ ਧੀਆਂ ਭੈਣਾਂ ਬੇਪਤ ਹੁੰਦੀਆਂ ਇੱਥੋਂ ਬਚਾਉਂਦੇ ਰਹੇ ਨੇ। ਤੇ ਖਾਲਸੇ ਦੀ ਸਥਾਪਨਾ ਸਭ ਤੋਂ ਵੱਡੀ ਉਦਾਹਰਨ ਹੈ, ਮਤਲਬ ਕਿ ਉਸ ਦੇ ਵਿੱਚ 5 ਪਿਆਰੇ, ਕੋਈ ਝੂਰ ਹੈ, ਕੋਈ ਖੱਤਰੀ ਹੈ, ਅੰਮ੍ਰਿਤ ਛਕ ਕੇ ਕੋਈ ਖੱਤਰੀ ਨਹੀਂ ਰਿਹਾ, ਉਹ ਗੁਰੂ ਕੋਈ ਝੂਰ ਕੇ ਨਹੀਂ ਰਿਹਾ, ਉਹ ਗੁਰੂ ਦੇ ਖਾਲਸੇ ਬਣ ਗਏ, ਗੁਰੂ ਦੇ ਖਾਲਸੇ। ਤੇ ਔਰ ਉਹ ਤੁਸੀਂ ਇੱਕ ਦੇਖੋ ਮਨੁੱਖਤਾ ਆ। ਜਿਹੜੀ ਕਿ ਮਿਸਾਲ ਅੱਜ ਵੀ ਭਾਵੇਂ ਉਹ ਖਾਲਸਾ ਏਡ ਵਰਗਿਆਂ ਦੇ ਰਾਹੀਂ ਬਿਲਕੁਲ ਦੁਨੀਆ ਦੇ ਕਿਸੇ ਕੋਨੇ 'ਚ ਕਿਸੇ ਤੇ ਵਿਪਤਾ ਆਈ ਹੈ, ਜੀ ਇਹ ਕੋਈ ਖਿਆਲ ਨਹੀਂ ਕੀਤਾ ਗਿਆ ਕਿ ਉਹ ਕਿਹੜੇ ਧਾਰਮਿਕ ਵਿਸ਼ਵਾਸ ਨਾਲ ਜੁੜੇ ਹੋਏ ਨੇ, ਕਿਹੜੇ ਭਾਈਚਾਰੇ ਕੌਮ ਨਾਲ ਜੁੜੇ ਹੋਏ ਨੇ। ਗੁਰੂ ਕਿਆਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਮੌਤ ਦਾ ਤਾਂਡਵ ਨਾਚ ਉੱਥੇ ਹੋ ਰਿਹਾ ਹੈ, ਪਰ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਗੁਰਮਤਿ ਜੀਵਨ ਜੁਗਤ ਨੂੰ ਦ੍ਰਿੜ ਕਰਦਿਆਂ ਉਸ ਮੌਤ ਦੇ ਤਾਂਡਵ ਨਾਚ ਵਿੱਚ ਵੀ ਜਾ ਕੇ ਆਪਣਾ ਗੁਰੂ ਦੇ ਸਿੱਖ ਦੇ ਨਾਤੇ, ਜੋ ਗੁਰੂ ਨੇ ਕਿਹਾ ਸੀ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਦੂਜਿਆਂ ਦੀ ਖੁਸ਼ੀ ਲਈ ਆਪਣੀ ਖੁਸ਼ੀ ਕੁਰਬਾਨ ਕਰੋ, ਉਹਦੀਆਂ ਪ੍ਰਤੱਖ ਮਿਸਾਲਾਂ ਅੱਜ ਵੀ ਸਾਡੇ ਕੋਲ ਨੇ। ਉਹ ਆਨੰਦਪੁਰੀ ਸਿੱਖ ਸੁਰਤੀਆਂ ਦੇ ਹਿਰਦੇ ਵਿੱਚ ਵੱਸਦਾ ਪਿਆ, ਔਰ ਉਹ ਜਿੱਥੇ ਜਾਂਦੇ ਨੇ ਉਹ ਆਨੰਦਪੁਰੀ ਦੀ ਸੋਚ ਨੂੰ ਨਾਲ ਲੈ ਕੇ ਜਾਂਦੇ ਆ, ਔਰ ਉਹਦਾ ਜਲਵਾ ਸੰਸਾਰ ਦੇਖਦਾ ਹੈ। ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕਿਵੇਂ ਕਰ ਲੈਂਦੇ ਆ ਸਾਰੇ, ਤੇ ਫਿਰ ਉਹਨਾਂ ਨੂੰ ਜਦੋਂ ਦੱਸਿਆ ਜਾਂਦਾ ਨਾ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ, ਤੇ ਫਿਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਵੀ ਚੇਤੇ ਆਉਂਦੇ ਆ, ਗੁਰੂ ਗੋਬਿੰਦ ਸਿੰਘ ਸਾਹਿਬ ਵੀ ਚੇਤੇ ਆਉਂਦੇ ਆ, ਗੁਰੂ ਨਾਨਕ ਦੇਵ ਪਾਤਸ਼ਾਹ ਹਜ਼ੂਰ ਵੀ ਚੇਤੇ ਆਉਂਦੇ ਆ, ਜਿਹੜੇ ਆਪ ਚੱਲ ਕੇ ਗਏ। ਭਾਵੇਂ ਉਹਨਾਂ ਨੇ ਧੱਕੇ ਖਾਧੇ, ਚਪੇੜਾਂ ਖਾਧੀਆਂ, ਲੱਤਾਂ ਖਾਧੀਆਂ, ਕੁਰਾਈਆ ਭੂਤਨਾ ਬੇਤਾਲਾ ਅਖਵਾਇਆ, ਲੇਕਿਨ ਜਿਉਣ ਦਾ ਚੱਜ ਸਿਖਾਉਂਦਿਆਂ ਹੋਇਆਂ ਭਾਵੇਂ ਬਾਬਰ ਦੀਆਂ ਜੇਲ੍ਹਾਂ ਦੀ ਕੈਦ ਵੀ ਕੱਟੀ, ਚੱਕੀਆਂ ਪੀਸੀਆਂ, ਸਭ ਕੁਝ ਚੱਲਿਆ, ਪਰ ਉਹਨਾਂ ਨੇ ਪਰ ਉਪਕਾਰੀ ਉਹ ਬਿਰਤੀ, ਲੋਕ ਸੁਖੀਆ ਬਣਾਉਣ ਵਾਲੀ ਤੇ ਪਰਲੋਕ ਸੁਹੇਲਾ ਬਣਾਉਣ ਵਾਲੀ ਆਪ ਵੀ ਜੀ ਕੇ ਦੱਸੀ ਆਪਣੇ ਸਿੱਖਾਂ ਨੂੰ ਵੀ, ਤੇ ਆਉਣ ਵਾਲੇ ਜਿਹੜੇ ਗੁਰੂ ਸਾਹਿਬਾਨ ਉਹਨਾਂ ਦੇ ਅੰਦਰ ਦੇਵੀ ਜੋਤ ਨੂੰ ਪ੍ਰਕਾਸ਼ ਕੇ ਉਹਨਾਂ ਰਾਹੀਂ ਸਾਡੇ ਤੱਕ ਪਹੁੰਚਾਈ। ਉਹ ਗੱਲ ਵੱਖਰੀ ਹੈ ਕਿ ਅਸੀਂ ਉਸ ਸੁਰਤੀ ਬਿਰਤੀ ਦੇ ਅਧਿਕਾਰੀ ਪਾਤਰ ਬਣ ਪਾ ਰਹੇ ਹਾਂ ਕਿ ਨਹੀਂ ਬਣ ਪਾ ਰਹੇ, ਪਰ ਇਹ ਨਹੀਂ ਹੈ ਕਿ ਬਣਿਆ ਹੀ ਨਹੀਂ ਕਿਸੇ ਨੇ, ਅੱਜ ਵੀ ਹੈ। ਤੁਸੀਂ ਦੇਖ ਰਹੇ ਹੋ, ਸੰਸਾਰ ਦੇਖ ਰਿਹਾ। ਬਹੁਤ ਪਿਆਰੀ ਮਿਸਾਲ ਹੈ ਕਿ ਮੇਰੇ ਮਿੱਤਰ ਦੱਸ ਰਹੇ ਸਨ ਕਿ ਕਰਤਾਰ ਸਿੰਘ ਕਲਾਸ ਵਾਲੀਆ ਹੁੰਦੇ ਸਨ, ਜਿਹੜੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਕਥਾਵਾਚਕ ਵੀ ਸਨ, ਜਜ਼ਬਾਤੀ ਕਵੀ ਵੀ ਸਨ। ਤੇ ਉਹ ਕਹਿੰਦੇ ਕਥਾ ਕਰ ਰਹੇ ਸਨ ਅੰਮ੍ਰਿਤਸਰ ਦੇ ਵਿੱਚ, ਤੇ ਉਹਨਾਂ ਨੇ ਕਥਾ ਕਰਦੇ ਹੋਏ ਜਜ਼ਬਾਤੀ ਵੈਨ ਦੇ ਵਿੱਚ ਕਿਹਾ ਕਿ ਕਿਲ੍ਹਾ ਆਨੰਦਗੜ੍ਹ ਸਾਹਿਬ ਦਾ ਢਹਿ ਢੇਰੀ ਢਾਂਚਾ ਵੇਖ ਕੇ ਤੁਹਾਨੂੰ ਰੋਟੀ ਕਿਵੇਂ ਲੰਘਦੀ ਹੈ। ਤੇ ਕਹਿੰਦੇ ਕਿ ਮਾਝੇ ਦੀ ਸੰਗਤ ਇੰਨੀ ਜਜ਼ਬਾਤੀ ਹੋਈ ਕਿ ਉਹਨਾਂ ਨੇ ਉੱਥੇ ਹੀ ਯਕਦਮ ਪੂਰਾ ਆਪਣਾ ਜੋ ਵੀ ਉਹਨਾਂ ਕੋਲ ਮਾਲੀ ਸਹਾਇਤਾ ਸੀ ਸਾਰੀ ਇਕੱਠੀ ਕੀਤੀ। ਉੱਥੋਂ ਹੀ ਫਿਰ ਆਈ ਥਿੰਕ ਬਾਬਾ ਲਾਭ ਸਿੰਘ ਦੇ ਅਗਵਾਈ ਦੇ ਵਿੱਚ ਸਾਰੇ ਬਾਬਾ ਸੇਵਾ ਸਿੰਘ ਹੋਰੀ ਜਾਂ ਅੰਬਰਸਰੀਆਂ ਨੇ ਇੱਥੇ ਦਰਵਾਜ਼ਾ ਲਗਵਾਇਆ, ਕਾਰ ਸੇਵਾ ਕੀਤੀ, ਬਹੁਤ ਕੁਝ ਹੋਇਆ। ਸੰਗਤ ਜਦੋਂ ਸਾਂਭਣ ਨੂੰ ਆਵੇ ਤੇ ਸੰਗਤ ਸਾਂਭਦੀ ਹੈ, ਚਾਹੇ ਉਹ ਹੁਣ ਕਿਸਾਨ ਧਰਨਾ ਹੈ, ਕਿਸ ਤਰ੍ਹਾਂ ਸੰਗਤ ਯਕਦਮ ਉੱਥੇ ਪਹੁੰਚੀ, ਸੇਵਾ ਕਰ ਰਹੀ ਹੈ। ਜਦੋਂ ਮਨੁੱਖੀ ਅਧਿਕਾਰਾਂ ਦਾ ਮਸਲਾ ਆਉਂਦਾ ਸੰਗਤ ਅੱਗੇ ਹੁੰਦੀ ਹੈ, ਜਦੋਂ ਦੇਸ਼ ਦੀ ਸੁਰੱਖਿਆ ਦਾ ਮਸਲਾ ਆਉਂਦਾ ਤਾਂ ਸੰਗਤ ਅੱਗੇ ਆਉਂਦੀ ਹੈ। ਪਰ ਇਹ ਆਨੰਦਪੁਰੀ ਸੋਚ ਹੈ, ਗੁਰੂ ਨਾਨਕ ਪਾਤਸ਼ਾਹ ਦੀ ਕਰਤਾਰਪੁਰੀ ਸੋਚ ਦੇ ਵਿੱਚ ਦੋ ਚੀਜ਼ਾਂ ਹੈਗੀਆਂ ਨੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਜਲ ਜੰਗਲ ਜੀਵਨ ਦੀ ਉਸ ਟੋਪੋਗ੍ਰਾਫੀ ਨੂੰ ਵੇਖਦਿਆਂ ਸ਼ਹਿਰ ਦਾ ਤਸੱਵਰ ਕੀਤਾ ਸੀ, ਉਹ ਸ਼ਹਿਰ ਨੂੰ ਅਸੀਂ ਕੀ ਮੁੜ ਦੁਬਾਰਾ ਉਸੇ ਰੂਪ ਦੇ ਵਿੱਚ ਲਿਆ ਸਕਦੇ ਹਾਂ? ਬਿਲਕੁਲ ਆਏਗਾ। ਤੇ ਕਿਵੇਂ ਲਿਆਵਾਂਗੇ ਉਹਨੂੰ? ਉਹ ਲਿਆਉਣ ਦੇ ਲਈ ਬਹੁਤ ਕੁਝ ਸੰਭਾਵਨਾਵਾਂ ਨੇ ਕੌਮ ਕੋਲ। ਖਾਸ ਤੌਰ ਤੇ ਮੈਂ ਤੁਹਾਡੀ ਨੌਜਵਾਨ ਪੀੜ੍ਹੀ ਨੂੰ ਜਦੋਂ ਦੇਖਦਾ ਤੇ ਹੁਣ ਕਿਉਂਕਿ ਵਿਸਥਾਰ ਦਾ ਸਮਾਂ ਨਹੀਂ, ਇੱਥੇ ਸਰਗਰਮੀਆਂ ਚੱਲਦੀਆਂ ਨੇ ਇਸੇ ਸਥਾਨ 'ਤੇ ਹੁਣ ਤੁਹਾਡਾ ਜਿਹੜਾ ਇਹ ਮੀਡੀਆ ਦਾ ਖੇਤਰ ਹੈ, ਇਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਨੌਜਵਾਨ ਪਿਛਲੇ 2-3 ਸਾਲਾਂ ਤੋਂ ਲਗਾਤਾਰ ਮੇਰੇ ਕੋਲ ਆਉਂਦੇ ਹੈ। ਤੇ ਹੁਣੇ ਕੁਝ ਸਮਾਂ ਪਹਿਲਾਂ ਹੀ ਨਾਨਕ ਲੀਲਾ ਵਿਜ਼ੂਅਲ ਆਰਟਸ ਦੇ ਨਾਮ 'ਤੇ ਇੱਥੇ ਸੰਸਥਾ ਨੌਜਵਾਨਾਂ ਦੀ ਤੁਹਾਡੇ ਖੇਤਰ ਵਾਲਿਆਂ ਦੀ ਕਾਇਮ ਕਰਤੀ ਕਿ ਆਨੰਦਪੁਰੀ ਨੂੰ ਕੇਂਦਰ ਬਣਾ ਕੇ ਸੰਸਾਰ ਨੂੰ ਮੀਡੀਆ ਦੇ ਰਾਹੀਂ ਭਾਵੇਂ ਫਿਲਮਾਂ ਬਣਾ ਕੇ ਦਿਓ, ਭਾਵੇਂ ਡਾਕੂਮੈਂਟਰੀਜ਼ ਬਣਾ ਕੇ ਦਿਓ, ਭਾਵੇਂ ਸੰਚਾਰ ਮਾਧਿਅਮ ਰਾਹੀਂ ਜਿਹੜਾ ਵੀ ਤਰੀਕਾ ਅਪਣਾਇਆ ਜਾ ਸਕਦਾ
ਉਹ ਕਹਿੰਦੇ ਜੀ ਸਾਨੂੰ ਤੇ ਆਵਾਜ਼ ਨਹੀਂ ਸੀ ਕਿਸੇ ਨੇ ਮਾਰੀ। ਬੰਬਈ ਦੀ ਮਾਇਆ ਨਗਰੀ ਵਿੱਚ ਜਾ ਕੇ ਗਵਾਚ ਜਾਂਦੇ, ਸਰੂਪ ਵੀ ਗਵਾਚਦਾ ਤੇ ਸੱਭਿਆਚਾਰ ਵੀ, ਭਾਸ਼ਾ ਵੀ ਗਵਾਚਦੀ, ਸੋਚ ਵੀ ਗਵਾਚਦੀ। ਵੀ ਆਨੰਦਪੁਰੀ 'ਚ ਕੀ ਘਾਟਾ ਹੈ, ਸਿੱਖਾਂ ਕੋਲ ਕੀ ਘਾਟਾ ਹੈ? ਇਹ ਤੁਹਾਡੀ ਸਾਜਨਾ ਭੂਮੀ ਹੈ, ਆ ਕੇ ਬੈਠੋ ਤੇ ਸਹੀ। ਹੁਣ ਸੋਚ ਰਹੇ ਨੇ ਔਰ ਮੈਂ ਉਹਨਾਂ ਦਾ ਉਤਸ਼ਾਹ, ਉਹਨਾਂ ਦੀ ਸੁੱਚੀ ਗੁਰੂ ਭਾਵਨਾ, ਸਿੱਖੀ ਭਾਵਨਾ ਦੇਖ ਕੇ ਬਹੁਤ ਉਤਸ਼ਾਹਿਤ ਹਾਂ ਔਰ ਬਹੁਤ ਆਸ਼ਾਵਾਦੀ ਹਾਂ ਕਿ ਸਾਡੇ ਸਵਾਸਥ ਪਤਾ ਨਹੀਂ ਕਿੰਨੇ ਨੇ ਉਹ ਤੇ ਮਹਾਰਾਜ ਜਾਣਦੇ ਹੈ, ਪਰ ਮੈਨੂੰ ਵਿਸ਼ਵਾਸ ਹੈ ਕਿ ਸੱਚੇ ਪਾਤਸ਼ਾਹ ਤੇ ਅਣਗਿਣਤ ਗੁਰਸਿੱਖ ਪਿਆਰੇ ਨਾਮ ਰਸੀਏ ਤੇ ਸ਼ਹੀਦ ਜਿਹੜੇ ਇਸ ਧਰਤੀ ਤੇ ਆਪਣਾ ਆਪਾ ਗੁਰੂ ਪਿਆਰ ਵਿੱਚ ਲਿਖੇ ਲਾਉਂਦੇ ਰਹੇ ਨੇ, ਉਹਨਾਂ ਦੀ ਕਾਲ ਕਮਾਈ ਜਿਹੜੀ ਹੈ ਉਹਦਾ ਧਿਆਨ ਧਰਨ ਦੀ ਸੁਰਤੀ ਬਿਰਤੀ ਤੁਹਾਡੀ ਨੌਜਵਾਨ ਪੀੜ੍ਹੀ 'ਚ ਆਉਣੀ ਹੈ। ਜਿੱਦਾਂ ਤੁਸੀਂ ਚਾਅ ਲੈ ਕੇ ਅੱਜ ਆਏ ਹੋ ਤੇ ਅੰਦਰੋਂ ਵਿਆਕੁਲਤਾ ਵਾਲੀਆਂ ਗੱਲਾਂ ਵੀ ਕਰ ਰਹੇ ਹੋ ਜੀ, ਇਹਨੇ ਵਧਣਾ ਹੈ ਕਿਉਂਕਿ ਇਸ ਦੀ ਲੋੜ ਹੈ ਹੁਣ ਸੰਸਾਰ ਨੂੰ। ਅੱਜ ਫੇਰ ਮਤਸਵ ਵਾਲੀਆਂ ਗੱਲਾਂ, ਧਰਮ ਦੇ ਨਾਮ 'ਤੇ ਕਟਾਵੱਢ ਵਾਲੀਆਂ ਗੱਲਾਂ, ਈਰਖਾ ਦਵੈਸ਼ ਵਾਲੀਆਂ, ਰੱਬ ਦੇ ਘਰ ਬਣਾਉਣ ਵਾਸਤੇ ਰੱਬ ਦੇ ਘਰ ਢਾਉਣ ਦੀਆਂ ਗੱਲਾਂ ਸਾਰੇ ਸੰਸਾਰ 'ਚ ਕਿਸੇ ਨਾ ਕਿਸੇ ਰੂਪ ਵਿੱਚ ਘੱਟ ਵੱਧ ਚੱਲ ਰਹੀਆਂ ਨੇ। ਪਰ ਮਨੁੱਖਤਾ ਇਸ ਨੂੰ ਨਕਾਰ ਵੀ ਰਹੀ ਹੈ। ਖਾਸ ਤੌਰ 'ਤੇ ਤੁਹਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਇਸ ਪੱਖੋਂ ਅੰਦਰ ਤੜਪ ਵੀ ਉੱਠ ਰਹੀ ਹੈ ਔਰ ਇਹਦੇ ਖਿਲਾਫ ਜਹਾਦ ਕਰਨ ਦਾ ਵੀ ਉਤਸ਼ਾਹ, ਜੋਸ਼ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਕਿਵੇਂ ਗਵਾਚ ਜਾਏਗਾ ਸਾਰਾ ਕੁਛ? ਇਹ ਆਨੰਦਪੁਰ ਗੜ੍ਹ ਆਨੰਦ ਫੇਰ ਵਸਾਵਾਂਗੇ। ਇਹ ਉਸੇ ਰੂਪ ਦੇ ਵਿੱਚ ਇਮਾਰਤਾਂ ਭਾਵੇਂ ਘੱਟ ਹੋਣ ਪਰ ਇੱਥੇ ਸੋਚ ਜਿਹੜੀ ਹੈ ਉਹ ਜ਼ਰੂਰ ਪ੍ਰਫੁੱਲਤ ਹੋਏਗੀ। ਇਹ ਜਦੋਂ ਅਸਥਾਨ ਬਣਾਉਣਾ ਸੀਗਾ, ਇਹ ਸੁਪਨਾ ਪਾਤਸ਼ਾਹ ਨੇ ਆਪਣੇ ਤਖਤ ਦੀ ਸੇਵਾ ਵੇਲੇ ਪਾਇਆ ਸੀਗਾ ਕਿ ਸੱਚੇ ਪਾਤਸ਼ਾਹ ਤੁਹਾਡੇ ਵੇਲੇ ਤੁਸੀਂ ਇੱਥੇ ਆਪਣੀ ਸੰਸਾਰ ਦੀ 42 ਸਾਲ ਦੀ ਸੰਸਾਰਕ ਯਾਤਰਾ ਵਿੱਚੋਂ 29 ਸਾਲ ਲਗਭਗ ਇੱਥੇ ਗੁਜ਼ਾਰੇ ਹੈ। ਉਸ ਵੇਲੇ ਤੁਸੀਂ ਇਹ ਸੁਪਨਾ ਲਿਆ ਸੀ ਸਾਰੇ ਸੰਸਾਰ ਦੇ ਧਾਰਮਿਕ ਮੁਖੀਆਂ ਵਿਦਵਾਨਾਂ ਨੂੰ ਇੱਥੇ ਇਕੱਠੇ ਕਰਨ ਦਾ, ਇਕੱਠੇ ਕਰਦੇ ਰਹੇ ਹੋ। ਇੱਥੇ ਲੱਗਦੇ ਰਹੇ ਨੇ ਮਜਲਿਸਾਂ, ਇਕੱਠ ਹੁੰਦੇ ਰਹੇ ਨੇ। ਤੁਹਾਡੇ ਜਾਣ ਨਾਲ ਸੰਸਾਰਕ ਤੌਰ 'ਤੇ ਉਹ ਇਕੱਠ ਭਾਵੇਂ ਉਸ ਤਰ੍ਹਾਂ ਨਹੀਂ ਰਹੇ, ਪਰ ਤੁਸੀਂ ਤਾਂ ਇੱਥੇ ਹੀ ਹੋ ਜੇ। ਬਿਲਕੁਲ, ਤੁਹਾਡਾ ਸਾਰਾ ਕੁਝ ਇੱਥੇ ਹੈ, ਜਲਵਾ ਤੁਹਾਡੀ ਕਮਾਈ ਇੱਥੇ ਹੈ। ਅਤੇ ਇਹ ਮਨ 'ਚ ਫੁਰਨਾ ਆਇਆ ਸੀ ਵੀ ਉਹਨਾਂ ਨਾ ਸਹੀ, ਉਹ ਤਾਂ ਨਹੀਂ, ਉਹਦੀ ਕੋਈ ਥੋੜ੍ਹੀ ਜਿਹੀ ਝਲਕ ਇੱਥੇ ਆਨੰਦਪੁਰੀ ਦੇ ਵਿੱਚ ਜੇ ਕਿਤੇ ਲਿਆਂਦੀ ਜਾ ਸਕੇ ਤਾਂ ਯਤਨ ਕੀਤਾ। ਇਹ ਅਸਥਾਨ ਗੁਰੂ ਨੇ ਬਣਵਾਤਾ ਅਤੇ ਇੱਥੇ ਸੈਮੀਨਾਰ ਹੁੰਦੇ ਨੇ, ਨੌਜਵਾਨਾਂ ਦੇ ਕੈਂਪ ਲੱਗਦੇ ਨੇ। ਪਿੱਛੇ ਕੈਲੀਗ੍ਰਾਫੀ ਦਾ ਕੈਂਪ ਲੱਗ ਕੇ ਹਟਿਆ ਹੈ ਯੂਨੀਵਰਸਿਟੀ ਦੇ ਕਾਲਜਾਂ ਸਕੂਲਾਂ ਦਾ, ਵਾਹਿਗੁਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ, ਕਾਲਜਾਂ ਦੇ ਵਿਦਿਆਰਥੀਆਂ ਦਾ, ਜਿਹਦੇ ਵਿੱਚ ਉਹਨਾਂ ਨੇ ਆਪਣੀ ਵਿਰਾਸਤ ਨੂੰ ਸਮਝਣ ਬੁੱਝਣ ਦੇ ਲਈ ਇੱਥੇ ਦਿਨ ਗੁਜ਼ਾਰੇ ਔਰ ਬੜੀਆਂ ਭਾਵਨਾਵਾਂ ਇੱਥੋਂ ਲੈ ਕੇ ਗਏ ਕਿ ਅੱਜ ਸਾਨੂੰ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਸਾਨੂੰ ਮਾਤਾ ਸਾਹਿਬ ਕੌਰ ਜੀ ਨਾਲ ਰਿਸ਼ਤਾ ਬਣਾਉਣ ਦਾ ਇੱਕ ਨਵਾਂ ਅਹਿਸਾਸ ਫਿਰ ਜਾਗਿਆ ਹੈ। ਦੁਨਿਆਵੀ ਮਾਂ ਦੀਆਂ ਅਸੀਸਾਂ, ਪਿਆਰ ਉਹ ਆਪਣੀ ਜਗ੍ਹਾ ਬਰਕਤਾਂ ਭਰਿਆ ਹੁੰਦਾ ਹੈ, ਪਰ ਜਿਹੜੀ ਰੂਹਾਨੀ ਮਾਂ ਹੈ ਉਸ ਮਾਂ ਦੇ ਨਾਲ ਰਿਸ਼ਤਾ ਕਿਵੇਂ ਗੰਢਿਆ ਜਾ ਸਕਦਾ ਹੈ, ਉਹ ਇੱਥੋਂ ਅਸੀਂ ਅਹਿਸਾਸ ਲਾ ਕੇ ਚੱਲੇ ਹਾਂ। ਇਸ ਕਰਕੇ ਸਰਬਜੀਤ ਸਿੰਘ, ਮੈਨੂੰ ਬਹੁਤ ਵਿਸ਼ਵਾਸ ਹੈ ਗੂੜਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਇਸ ਤਰ੍ਹਾਂ ਦੇ ਰਾਜਨੀਤਿਕ ਖੁਦਗਰਜ਼ੀਆਂ ਭਰੇ ਮੌਕਾ ਪ੍ਰਸਤੀਆਂ ਵਾਲੇ ਗੰਧਲੇਪਣ 'ਚੋਂ ਆਪਣੇ ਆਪ ਨੂੰ ਕੱਢ ਕੇ ਗੁਰੂ ਦੀ ਸੋਚ ਨਾਲ, ਗੁਰੂ ਦੀ ਜੀਵਨ ਜੁਗਤ ਨਾਲ ਜੋੜ ਕੇ, ਠੀਕ ਹੈ ਹੁੰਦੀ ਵਿਰਲਿਆਂ ਦੀ ਖੇਡ ਹੈ, ਪਰ ਉਹ ਜਿਹੜੇ ਵਿਰਲੇ ਹੁੰਦੇ ਆ ਨਾ, ਉਹਨਾਂ ਦੇ ਸਿਰ 'ਤੇ ਸੰਸਾਰ ਜਿਉਂਦਾ ਹੈ ਅਤੇ ਉਹਨਾਂ ਦੀ ਹੀ ਕਮਾਈ ਧਿਆਨ ਧਰਨਯੋਗ ਹੁੰਦੀ ਹੈ ਅਤੇ ਉਹਨਾਂ ਦੀ ਕਮਾਈ ਹੀ ਜਿਹੜੀ ਹੈ ਉਹ ਮਾਣ ਕਰਨਯੋਗ ਵਾਰਸ ਪੈਦਾ ਕਰਦੀ ਹੈ ਅਤੇ ਇਹ ਵਾਰਸ ਪੈਦਾ ਹੋਣਗੇ, ਮੇਰਾ ਇਹ ਵਿਸ਼ਵਾਸ ਹੈ। ਇਹ ਵਾਰਸ ਪੈਦਾ ਹੋਣੇ ਚਾਹੀਦੇ ਨੇ, ਹੋਣੇ ਜ਼ਰੂਰੀ ਨੇ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਜਿਸ ਫਲਸਫੇ ਨੂੰ ਲੈ ਕੇ ਸਾਨੂੰ ਸਿੱਖਿਅਤ ਕੀਤਾ, ਉਸ ਦੇ ਨਾਲ ਹੀ ਅਸੀਂ ਬਿਹਤਰ ਦੁਨੀਆ ਦੀ ਉਸਾਰੀ ਕਰਨੀ ਹੈ। ਇਹ ਉਮੀਦ ਹੈ ਸਾਨੂੰ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੂਰੇ ਸਮੁੱਚੇ ਜੀਵਨ ਨੂੰ ਕਿੰਝ ਮਹਿਸੂਸ ਕਰਨਾ ਹੈ, ਕਿੰਝ ਸਮਝਣਾ ਹੈ, ਇਹ ਸਾਡਾ ਇੱਕ ਨੈਤਿਕ ਫਰਜ਼ ਹੈ। ਇਸ ਸ਼ਹਿਰ ਨੂੰ ਸਮਝਣ ਦੇ ਲਈ ਅਸੀਂ ਪ੍ਰੋਫੈਸਰ ਮਨਜੀਤ ਸਿੰਘ ਕੋਲ ਆਏ ਸਾਂ
ਉਹਨਾਂ ਨੇ ਇਸ ਸ਼ਹਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਸ਼ਹਿਰ ਦੇ ਅੰਦਰ ਜਲ ਜੰਗਲ ਜੀਵਨ ਨੂੰ ਮਹਿਸੂਸ ਕਰਨ ਦੀ ਲੋੜ ਹੈ। ਜਦੋਂ ਤੁਸੀਂ ਇਸ ਸ਼ਹਿਰ ਦੇ ਵਿੱਚ ਆਓ ਤੇ ਇੱਥੇ ਖਾਲਸੇ ਦੀ ਸਥਾਪਨਾ ਨੂੰ ਮਹਿਸੂਸ ਕਰੋ ਤਾਂ ਇੱਥੇ ਬਾਗ ਸ਼ਹੀਦਾਂ ਨੂੰ ਵੀ ਮਹਿਸੂਸ ਕਰਿਓ। ਉਮੀਦ ਕਰਦਾ ਕਿ ਬਾਗ ਸ਼ਹੀਦਾਂ ਵਾਲੀ ਥਾਂ ਤੇ ਸ਼ਾਇਦ ਫਿਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਸ ਪੁਰਾਣੇ ਪੁਰਾਤਨ ਬਾਗ ਨੂੰ ਦੁਬਾਰਾ ਉਸਾਰ ਸਕੀਏ, ਕਿਉਂਕਿ ਉਹਨਾਂ ਚੀਜ਼ਾਂ ਨੂੰ ਉਸਾਰਨਾ ਬਹੁਤ ਜ਼ਰੂਰੀ ਹੈ। ਇਹ ਸੰਗਤ ਦੀ ਸ਼ਰਧਾ ਦਾ ਮਸਲਾ ਵੀ ਹੈ, ਇਹ ਸੰਗਤ ਦੀ ਇੱਕ ਸਮੁੱਚੇ ਵਿਕਾਸ ਦਾ ਮਸਲਾ ਵੀ ਹੈ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੇ ਉਹਨਾਂ ਕਦਰਾਂ ਕੀਮਤਾਂ ਨੂੰ ਕਿਵੇਂ ਅੱਗੇ ਵਧਾਵਾਂਗੇ ਜਿਹੜੀਆਂ ਕਦਰਾਂ ਕੀਮਤਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਈਆਂ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਧੰਨਵਾਦ, ਤੁਸੀਂ ਆਏ ਚੱਲ ਕੇ ਇੱਥੇ। ਗੁਰੂ ਸਾਹਿਬ ਤੁਹਾਡੇ ਅੰਦਰ ਦੀਆਂ ਉਹ ਭਾਵਨਾਵਾਂ ਜਿਹੜੀਆਂ ਤੁਸੀਂ ਅਨੰਦਪੁਰੀ ਦੇ ਸੰਬੰਧ ਵਿੱਚ ਇੱਕ ਸਿੱਖ ਦੇ ਤੌਰ ਤੇ, ਇੱਕ ਸੋਚਵਾਨ ਦੇ ਤੌਰ ਤੇ ਰੱਖੀ ਬੈਠੇ ਹੋ, ਗੁਰੂ ਸਾਹਿਬ ਉਹਨਾਂ ਨੂੰ ਭਾਗ ਲਾਉਣ, ਪ੍ਰਫੁੱਲਤ ਕਰਨ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।